बोले सोने हाल सासरी अकाल। सतनाम श्री वाहिगुरु साहिब जीओ। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। विसर नाहि दातार, अपना नाम देहो। गुण गावा दिन रात, नानक चाओ एहो। वड्डा तेरा दरबार, सच्चा तुध तखत। सिर साहा पात साहो, निहचल चौर छत। जिनके चोले रतड़े प्यारे, कंत तिना के पास। धूड़ तिना की जे मिलै जी कहो, नानक की अरदास। सतनाम श्री वाहिगुरु साहिब जी। सूरठ महला नावा। जो नर दुख मैं दुख नहीं मानै, सुख स्नेह अर भै नहीं जाकै। कंचन माटी मानै, जो नर दुख मैं दुख नहीं मानै। परम सन्मानयोग गुरु रूप खालसा साध संगत जीओ, सिमर फतेह प्रवान करो जी। वाहिगुरु जी का खालसा, वाहिगुरु जी की फतेह। आप संगत बड़े प्रेम दे नाल पंथ दे वाली अमृत के दाते सरबंस दानी धन गुरु गोबिंद सिंह साहब जी महाराज, सतगुरां दे पावन पवित्र चरण परसन वास्ते होले महल्ले दे पावन पर्व उपर, जोड़ मेलियां उपर तग श्री केसगढ़ साहब विखे श्री आनंदपुर साहब जी की पावन पवित्र धरती विखे नतमस्तक हो करके अपने जीवन नूं सफला बना रहे हो। बेअंत ही संगतां जिन्हां उपर सतगुरु जी की अथाह किरपा है। सतगुरां दे चरनां दे भौरे हन, प्रेमी हन। देशां दे विचों परदेसां विचों सतगुरु जी दे इस आरंभ कीती हुई परंपरा होले महल्लियां दे जोड़ मेले विच हाजरियां भर के कोई गुरमुख प्यारे लंगरां की सेवा करते ने,
ਕੋਈ ਗੁਰਮੁਖ ਪਿਆਰੇ ਰਸਤੇ ਵਿੱਚ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਨ, ਕਿਤੇ ਅੰਮ੍ਰਿਤ ਸੰਚਾਰ ਹੋ ਰਹੇ ਹਨ, ਕਿਤੇ ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ। ਔਰ ਅੱਜ ਸਮੁੱਚਾ ਹੀ ਪੰਥ ਜੋ ਕਲਗੀਧਰ ਜੀ ਮਹਾਰਾਜ ਨੇ ਸਾਨੂੰ ਸ੍ਰੇਸ਼ਟ ਮਰਿਆਦਾ ਬਖਸ਼ਿਸ਼ ਕੀਤੀ ਹੈ, ਖਾਲਸੇ ਦੀ ਰਵਾਇਤ ਹੈ, ਮਹੱਲੇ ਕੱਢੇ ਜਾਣੇ ਹਨ ਜਿਨ੍ਹਾਂ ਵਿੱਚ ਖਾਲਸੇ ਨੇ ਸ਼ਸਤਰਾਂ ਦੇ ਜਾਹੋ ਜਲਾਲ ਦਿਖਾਉਣੇ ਨੇ। ਇਸ ਤਰ੍ਹਾਂ ਇਹ ਜੋ ਹੋਲੇ ਮਹੱਲੇ ਦਾ ਪਾਵਨ ਪਵਿੱਤਰ ਜੋੜ ਮੇਲਾ ਹੈ, ਇਹ ਖਾਲਸੇ ਦੀ ਸ਼ਕਤੀ ਦਾ ਪ੍ਰਤੀਕ ਹੈ, ਸ਼ਕਤੀ ਪ੍ਰਦਰਸ਼ਨ ਹੈ। ਸਤਿਗੁਰੂ ਜੀ ਨੇ ਸਿੱਖ ਕੌਮ ਨੂੰ ਸ਼ਸਤਰਧਾਰੀ ਕਰਨ ਵਾਸਤੇ, ਸ਼ਸਤਰਾਂ ਦਾ ਅਭਿਆਸ ਕਰਾਉਣ ਵਾਸਤੇ ਇਹ ਪਰੰਪਰਾ ਆਰੰਭ ਕੀਤੀ ਸੀ। ਉਸੇ ਤਰ੍ਹਾਂ ਗੁਰੂ ਘਰ ਦੇ ਪ੍ਰੇਮੀ ਖਾਲਸਾ ਪੰਥ, ਸਿੱਖ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰ ਰਹੀ ਹੈ ਕਿ ਇਹ ਪਰੰਪਰਾ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਦੇ ਨਾਲ ਚੱਲਦੀ ਰਹੇ। ਸੋ ਵੱਡੇ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਹਰ ਮਨੁੱਖ ਨੂੰ ਕੁਦਰਤ ਨੇ ਸੁਭਾਅ ਦਿੱਤਾ ਹੈ, ਉਸ ਸੁਭਾਅ ਦੇ ਮੁਤਾਬਕ, ਉਸ ਪ੍ਰਕਿਰਤੀ ਦੇ ਮੁਤਾਬਕ ਬੰਦਾ ਜਿਹੜਾ ਹੈ ਉਹ ਵਰਤਦਾ ਹੈ। ਸੱਪ ਨੂੰ ਸੁਭਾਅ ਦਿੱਤਾ ਹੈ ਡੰਗ ਮਾਰਨ ਦਾ, ਭਾਵੇਂ ਤੁਸੀਂ ਉਹਨੂੰ ਕਹੋ ਸੱਪ ਜਾਂ ਤੁਸੀਂ ਕਹੋ ਸੱਪ ਜੀ, ਉਹਨੇ ਡੰਗ ਮਾਰਦਾ ਹੀ ਮਾਰਦਾ ਹੈ। ਇਸੇ ਤਰ੍ਹਾਂ ਮਨਮੁਖ ਬੰਦੇ ਦੀ ਬਿਰਤੀ ਹੈ, ਉਹ ਪਹਿਲਾਂ ਵੀ ਪਰਮੇਸ਼ਰ ਨੂੰ ਨਹੀਂ ਮੰਨਦਾ ਤੇ ਭਾਵੇਂ ਉਹ ਬਾਅਦ ਦੇ ਵਿੱਚ ਧਰਮ ਦੇ ਕੱਪੜੇ ਪਾ ਲਏ, ਸਤਿਕਾਰਯੋਗ ਵਿਸ਼ੇਸ਼ਣ ਲਵਾ ਲਏ, ਤਾਂ ਵੀ ਉਹ ਪਰਮੇਸ਼ਰ ਨੂੰ ਨਹੀਂ ਮੰਨਦਾ। ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਉਹਨੇ ਧਾਰਮਿਕ ਲਿਬਾਸ ਨਹੀਂ ਸੀ ਪਹਿਨਿਆ, ਹੁਣ ਉਹਨੇ ਧਾਰਮਿਕ ਲਿਬਾਸ ਪਹਿਨਿਆ ਹੈ। ਪਹਿਲਾਂ ਉਹ ਸਿੱਧਾ ਹੀ ਰੱਬ ਦੇ ਨਾਲੋਂ, ਪਰਮੇਸ਼ਰ ਨਾਲੋਂ, ਵਾਹਿਗੁਰੂ ਦੇ ਨਾਲੋਂ ਤੋੜਦਾ ਸੀ। ਹੁਣ ਬਸ ਫਰਕ ਇਹ ਹੈ ਵੀ ਉਹ ਧਰਮ ਦੇ ਕੱਪੜੇ ਪਾ ਕੇ ਤੋੜਦਾ ਹੈ। ਤਾਂ ਜਿਹੜਾ ਸੱਪ ਦਾ ਸੁਭਾਅ ਹੈ, ਬਿਰਤੀ ਹੈ, ਉਹ ਕਿਸੇ ਤਰ੍ਹਾਂ ਵੀ ਨਹੀਂ ਬਦਲਦਾ, ਭਾਵੇਂ ਉਹਦੀ ਕੋਈ ਨਿੰਦਿਆ ਕਰੇ ਤੇ ਭਾਵੇਂ ਕੋਈ ਉਹਦਾ ਸਤਿਕਾਰ ਕਰੇ। ਇਸੇ ਤਰ੍ਹਾਂ ਹੀ ਮਨਮੁਖ ਦਾ ਸੁਭਾਅ ਹੈ, ਉਹ ਆਪਣਾ ਸੁਭਾਅ ਨਹੀਂ ਛੱਡਦਾ। ਇਸੇ ਤਰ੍ਹਾਂ ਹੀ ਸੰਤਾਂ ਦਾ ਸੁਭਾਅ ਹੈ, ਗੁਰਮੁਖਾਂ ਦਾ ਸੁਭਾਅ ਹੈ। ਮਹਾਰਾਜ ਕਹਿੰਦੇ ਕਬੀਰ ਸੰਤ ਨਾ ਛੋੜੈ ਸੰਤਈ, ਜੋ ਕੋਟਕ ਮਿਲਹਿ ਅਸੰਤ, ਮਲਿਆਗਰ ਭੁਯੰਗਮ ਬੇਟਿਓ ਸੀਤਲਤਾ ਨਾ ਤਜੰਤ। ਜਿਸ ਪ੍ਰਕਾਰ ਜ਼ਹਿਰੀਲੇ ਸੱਪਾਂ ਦੇ ਨਾਲ ਵਲੇਟਿਆ ਹੋਇਆ ਚੰਦਨ ਦਾ ਦਰਖਤ ਸੱਪਾਂ ਦੀ ਸੰਗਤ ਕਰਕੇ ਵੀ ਆਪਣਾ ਸੁਭਾਅ ਨਹੀਂ ਬਦਲਦਾ, ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਇਹ ਵੀ ਆਪਣਾ ਸੁਭਾਅ ਨਹੀਂ ਬਦਲਦੇ ਹਨ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਦਰਖਤ ਦਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਨਿਰਾਦਰ ਕਰੋ, ਦੂਸਰੇ ਬੰਨੇ ਦਰਖਤ ਦਾ ਤੁਸੀਂ ਜਿੰਨਾ ਮਰਜ਼ੀ ਸਤਿਕਾਰ ਕਰੋ, ਜਿਹੜਾ ਪ੍ਰਕਿਰਤੀ ਸਿੱਧ ਸੁਭਾਅ ਹੈ ਉਹਦੇ ਵਿੱਚ ਭੋਰਾ ਵੀ ਤਬਦੀਲੀ ਨਹੀਂ ਆਵੇਗੀ। ਭਾਈ ਸਾਹਿਬ ਜੀ ਦਾ ਪਵਿੱਤਰ ਫਰਮਾਨ ਹੈ, ਸਿਰ ਤਲਵਾਇਆ ਜੰਮਿਆ ਹੋਏ ਅਚਲ ਨਾ ਚੱਲਿਆ, ਪਾਣੀ ਪਾਲਾ ਧੁੱਪ ਸਹਿ ਉਹ ਤਪੋ ਨਾ ਟਲਿਆ। ਸਫਲਿਓ ਬਿਰਖ ਸੁਹਾਵੜਾ ਸੁਫਲ ਫਲ ਫਲਿਆ, ਫਲ ਦੇ ਵੱਟ ਵਗਾਇਆ ਕਰਮਤ ਨਾ ਹਲਿਆ। ਭਲੇ ਕਰਨ ਭੁਲਿਆਈਆਂ ਬੁਰਿਆਈ ਬੁਰਿਆ, ਅਵਗਣ ਕੀਤੇ ਗੁਣ ਕਰਨ ਜਗ ਸਾਧ ਵਿਰਲਿਆ। ਜਿਸ ਪ੍ਰਕਾਰ ਦਰਖਤ ਨੂੰ ਜਿੰਨਾ ਮਰਜ਼ੀ ਦੁੱਖ ਆਵੇ
ਪਾਣੀ ਪਾਲਾ ਧੁੱਪ ਆਦਿਕ ਹਨੇਰੀ, ਉਹ ਤਾਂ ਵੀ ਆਪਣਾ ਸੁਭਾਅ ਨਹੀਂ ਛੱਡਦਾ ਹੈ। ਇਸੇ ਤਰ੍ਹਾਂ ਉਹਨੂੰ ਵੱਟੇ ਪੈਂਦੇ ਨੇ, ਪਰ ਵੱਟੇ ਵੱਜਣ ਦੇ ਬਾਵਜੂਦ ਵੀ, ਰੋੜੇ ਖਾਣ ਦੇ ਬਾਵਜੂਦ ਵੀ ਉਹਦਾ ਸੁਭਾਅ ਹੈ ਪਰਉਪਕਾਰ ਕਰਨਾ, ਤੇ ਉਹ ਆਪਣਾ ਸੁਭਾਅ ਨਹੀਂ ਬਦਲਦਾ। ਹਿੰਦੁਸਤਾਨ ਦੇ ਇੱਕ ਬੜੇ ਪ੍ਰਸਿੱਧ ਵਿਦਵਾਨ ਹੋਏ ਨੇ ਭਰਤਰੀ ਜੀ। ਉਹ ਕਹਿੰਦੇ ਨੇ ਵੀ ਬ੍ਰਹਮਾ ਜੀ ਵਿਧਾਤਾ ਹੰਸ ਦੇ ਨਾਲ ਗੁੱਸੇ ਹੋ ਗਿਆ ਤੇ ਉਹਨੇ ਹੰਸ ਨੂੰ ਪਿੰਜਰੇ 'ਚ ਇਦਾਂ ਦਾ ਉਹਦਾ ਕਰਮ ਲਿਖਤਾ ਵੀ ਉਹ ਪਿੰਜਰੇ 'ਚ ਕੈਦ ਰਵੇ। ਭਾਵ ਜਿਹੜੀ ਹੰਸ ਦੀ ਆਜ਼ਾਦੀ ਸੀ, ਮਾਨ ਸਰੋਵਰ ਤੇ ਮੋਤੀ ਚੁਗਣੇ, ਬਾਗ ਬਗੀਚਿਆਂ ਦੀ ਸੈਰ ਕਰਦੇ, ਇਹ ਸੁੱਖ ਉਹਦਾ ਉਹਨੇ ਖੋਹ ਲਿਆ। ਪਰ ਇੱਕ ਕੰਮ ਦੇਵਤੇ ਵੀ ਜ਼ੋਰ ਲਾ ਲੈਣ ਉਹ ਨਹੀਂ ਕਰ ਸਕਦੇ। ਕੀ? ਜਿਹੜਾ ਹੰਸ ਦਾ ਸੁਭਾਅ ਹੈ ਨਾ, ਦੁੱਧ ਤੇ ਪਾਣੀ ਨੂੰ ਵੱਖਰਾ ਕਰਦਾ, ਉਹ ਭਾਵੇਂ ਕਹਿੰਦੇ ਬ੍ਰਹਮਾ ਜੀ ਨੇ ਉਹਦਾ ਲੇਖ ਲਿਖਤਾ ਵੀ ਤੂੰ 10 ਸਾਲ ਪਿੰਜਰੇ 'ਚ ਪਿਆ ਰਹਿ, ਪਰ ਜਦੋਂ 10 ਸਾਲਾਂ ਬਾਅਦ ਉਹਦੇ ਅੱਗੇ ਪਾਣੀ ਤੇ ਦੁੱਧ ਮਿਲਾ ਕੇ ਰੱਖਿਆ, ਉਹਨੇ ਫੇਰ ਵੱਖਰਾ ਕਰਤਾ। ਤਾਂ ਪ੍ਰਕਿਰਤੀ ਸਿੱਧ ਸੁਭਾਅ ਉੱਤੇ ਸਵਾਲ ਨਹੀਂ ਹੁੰਦਾ। ਸਵਾਲ ਹੁੰਦਾ ਜਦੋਂ ਸੁਭਾਅ ਤੋਂ ਉਲਟ ਹੋਵੇ। ਮੰਨ ਲਓ ਚੰਦਨ ਹੈ, ਉਹਦੇ ਵਿੱਚੋਂ ਦੁਰਗੰਧੀ ਆਉਂਦੀ ਹੈ, ਇੱਥੇ ਸਵਾਲ ਹੋਵੇਗਾ, ਸ਼ੰਕਾ ਹੋਵੇਗੀ, ਕਿਉਂ? ਉਲਟ ਗੱਲ ਹੋ ਗਈ ਨਾ ਉਹਦੇ ਸੁਭਾਅ 'ਚ। ਅੱਛਾ, ਚੰਦਨ ਦੇ ਵਿੱਚੋਂ ਸੁਗੰਧੀ ਆਉਂਦੀ ਹੈ ਤੇ ਉਹ ਤੇ ਆਉਂਦੀ ਹੈ, ਇਹਦੇ ਤੇ ਸਵਾਲ ਕਰਨ ਦੀ ਕੀ ਲੋੜ ਪਈ? ਉਹ ਤੇ ਸਭ ਨੂੰ ਪਤਾ ਵੀ ਚੰਦਨ ਵਿੱਚੋਂ ਸੁਗੰਧੀ ਆਉਂਦੀ। ਪਰ ਜੇ ਚੰਦਨ 'ਚੋਂ ਦੁਰਗੰਧੀ ਆਉਂਦੀ ਹੈ, ਫਿਰ ਕੰਮ ਖਰਾਬ, ਫਿਰ ਉਹਦੇ ਤੇ ਸਵਾਲ ਹੋਵੇਗਾ। ਇਸੇ ਤਰ੍ਹਾਂ ਨਿੰਮ ਬੜੀ ਮਿੱਠੀ ਆ, ਉਹ ਕਹਿੰਦੇ ਤੇਰਾ ਦਿਮਾਗ ਟਿਕਾਣੇ ਆ। ਅੱਛਾ, ਨਿੰਮ ਬੜੀ ਕੌੜੀ ਹੈ, ਕੋਈ ਸਵਾਲ ਨਹੀਂ, ਉਹ ਤੇ ਕੁਦਰਤੀ ਕੌੜੀ ਆ, ਨਾ ਤੁਸੀਂ ਕੀਤੀ ਆ ਨਾ ਦਾਸ ਨੇ ਕੀਤੀ ਆ, ਉਹ ਤਾਂ ਪ੍ਰਕਿਰਤੀ ਨੇ ਕੀਤੀ ਹੈ, ਕਿਸੇ ਬੰਦੇ ਨੇ ਥੋੜੀ ਕੀਤੀ ਹੈ। ਨਿੰਮ ਮਿੱਠੀ ਆ, ਫਿਰ ਸਵਾਲ ਹੋਵੇਗਾ, ਕਿਉਂ? ਉਹਦਾ ਸੁਭਾਅ ਹੀ ਨਹੀਂ ਹੈ। ਇਸੇ ਤਰ੍ਹਾਂ ਸਵਾਲ ਕਦੋਂ ਹੁੰਦਾ ਹੈ, ਸ਼ੰਕਾ ਕਦੋਂ ਹੁੰਦਾ ਹੈ? ਜਦੋਂ ਅਸੀਂ ਆਪਣਾ ਸੁਭਾਅ ਛੱਡਦੇ ਹਾਂ, ਆਪਣਾ ਗੁਣ ਛੱਡਦੇ ਹਾਂ। ਸਿੱਖ ਨੇ ਕੇਸ ਰੱਖੇ ਨੇ ਤਾਂ ਇਹ ਤਾਂ ਕੋਈ ਸਵਾਲ ਨਾ ਹੋਇਆ, ਸਿੱਖ ਰੱਖਦਾ ਹੀ ਹੈ। ਤੇ ਉਂਗਲਾਂ ਕਦੋਂ ਹੁੰਦੀਆਂ ਨੇ ਫਿਰ? ਮਹਾਰਾਜ ਦੀ ਦਰਗਾਹ ਦੇ ਵਿੱਚ ਨਰਾਦਰ ਕਦੋਂ ਹੋਵੇਗਾ? ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਜ਼ਾ ਕਦੋਂ ਮਿਲੇਗੀ? ਜਦੋਂ ਸਿੱਖ ਨੇ ਕੇਸ ਕੱਟੇ ਨੇ। ਇਹ ਤਾਂ ਕੋਈ ਗੱਲ ਨਹੀਂ ਵੀ ਸਿੱਖ ਸੇਵਾ ਕਰਦਾ ਤੇ ਹੋਰ ਸਿੱਖ ਕੀ ਕਰਦੇ ਆ? ਸਿੱਖ ਪਰਉਪਕਾਰ ਕਰਦਾ ਤੇ ਹੋਰ ਸਿੱਖ ਕੀ ਕਰਦੇ ਆ? ਇਹ ਤਾਂ ਸਿੱਖ ਦਾ ਸੁਭਾਅ ਹੈ। ਤੇ 10 ਪਾਤਸ਼ਾਹੀਆਂ ਨੂੰ ਕੋਈ ਤਕਰੀਬਨ 250 ਸਾਲ ਲੱਗ ਗਿਆ ਇਹ ਸੁਭਾਅ ਬਣਾਉਣ ਤੇ। ਅੱਜ ਜਦੋਂ ਸਿੱਖ ਆਪਣੇ ਸੁਭਾਅ ਤੋਂ ਉਲਟ ਜਾਂਦਾ ਹੈ ਤਾਂ ਫਿਰ ਉੱਥੇ ਕਿੰਤੂ ਹੁੰਦਾ ਹੈ, ਸ਼ੰਕਾ ਹੁੰਦੀ। ਗੁਰਬਾਣੀ ਨੇ ਇੱਕ ਬੜੀ ਸੋਹਣੀ ਇਹਦੀ ਉਦਾਹਰਣ ਵੀ ਦਿੱਤੀ ਹੈ ਵੀ ਭਰਾਵਾ, ਹੰਸ ਕੋਧਰਾ ਨਹੀਂ ਖਾਂਦਾ, ਹੰਸ ਛੱਪੜ ਤੇ ਨਹੀਂ ਬਹਿੰਦਾ, ਤੇ ਜੇ ਉਹ ਛੱਪੜ ਤੇ ਬਹਿ ਗਿਆ ਫਿਰ ਉਹ ਕਲਯੁਗੀ ਹੰਸ ਹੋਊਗਾ, ਅਸਲੀ ਹੰਸ ਨਹੀਂ ਹੈ, ਕਿਉਂਕਿ ਉਹਦਾ ਸੁਭਾਅ ਹੀ ਨਹੀਂ। ਇਸੇ ਤਰ੍ਹਾਂ ਰੱਬ ਦਾ ਇੱਕ ਸੁਭਾਅ ਆ, ਉਸ ਸੁਭਾਅ ਤੋਂ ਉਹ ਮਜਬੂਰ ਆ। ਤੇ ਉਸ ਸੁਭਾਅ ਬਾਰੇ ਸਾਡੇ ਸਤਿਗੁਰੂ ਜੀ ਮਹਾਰਾਜ, ਜਿਨ੍ਹਾਂ ਦੀ ਉਸਤਤ ਦੇ ਵਿੱਚ ਇਹ ਬਚਨ ਨੇ, ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਣੰ, ਉਹ ਬਚਨ ਕਰਦੇ ਨੇ ਕਿ ਰੱਬ ਦਾ ਇੱਕ ਸੁਭਾਅ ਆ ਤੇ ਉਹਦੇ ਤੋਂ ਉਹ ਮਜਬੂਰ ਆ ਬਹੁਤ ਜ਼ਿਆਦਾ, ਉਹ ਛੱਡ ਨਹੀਂ ਸਕਦਾ ਉਹਨੂੰ। ਸੁਭਾਅ ਕੀ ਹੈ? ਤੁਸੀਂ ਵੀ ਪੜ੍ਹਦੇ ਹੋ,
ਤੇ ਦਾਸ ਵੀ ਪੜਦਾ ਹੈ ਤਾਂ ਮਹਾਰਾਜ ਕਹਿੰਦੇ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ। ਇਹ ਉਹਦਾ ਸੁਭਾਅ ਹੈ। ਜਿਹੜਾ ਵੀ ਉਹਦੀ ਭਗਤੀ ਕਰਦਾ ਹੈ ਉਹ ਉਹਦੀ ਇੱਜ਼ਤ ਰੱਖਦਾ ਹੈ, ਪੱਤ ਰੱਖਦਾ ਹੈ। ਦਸਵੇਂ ਪਾਤਸ਼ਾਹ ਕਹਿੰਦੇ ਭੁਲੇਖੇ 'ਚ ਨਾ ਰਹਿ ਜੀ, ਰੱਬ ਕਿਸੇ ਦਾ ਪਿਓ ਨਹੀਂ ਆ, ਰੱਬ ਕਿਸੇ ਦਾ ਭਰਾ ਨਹੀਂ ਆ ਵੀ ਤੁਸੀਂ ਉਹਦੀ ਰਜਿਸਟਰੀ ਕਰਾ ਲਈ ਆ ਵੀ ਉਹ ਹੁਣ ਤੁਹਾਡੇ ਕੰਮ ਕਰੇਗਾ। ਮਹਾਰਾਜ ਕਹਿੰਦੇ ਨਾ ਤਾਤੰਗ ਨਾ ਮਾਤੰਗ ਨਾ ਪੁੱਤਰੰਗ ਨਾ ਭਰਾਤੰਗ। ਪਰਮਾਤਮਾ ਸਿਰਫ ਤੇ ਸਿਰਫ ਪ੍ਰੇਮ ਦਾ ਬੱਝਾ, ਭਗਤੀ ਦਾ ਬੱਝਾ ਹੈ। ਜਿਨੇ ਉਹਦੀ ਭਗਤੀ ਕੀਤੀ ਉਹ ਉਹਦਾ ਸਭ ਕੁਝ ਹੀ ਹੈ। ਪਿਓ ਵੀ ਹੈ, ਭਰਾ ਵੀ ਹੈ, ਸਖਾ ਵੀ ਹੈ, ਮਿੱਤਰ ਵੀ ਹੈ, ਸੱਜਣ ਵੀ ਹੈ, ਹਰ ਸੰਬੰਧ ਹੈ ਉਹਦੇ ਨਾਲ। ਤੇ ਜਿਸ ਪਾਸ ਉਹਦਾ ਪ੍ਰੇਮ ਨਹੀਂ ਹੈ, ਭਗਤੀ ਨਹੀਂ ਹੈ, ਉਹ ਜੋ ਮਰਜ਼ੀ ਬਣਿਆ ਫਿਰੇ, ਰੱਬ ਦੀ ਨਿਗਾਹ ਦੇ ਵਿੱਚ ਉਹ ਕੱਖ ਵੀ ਨਹੀਂ। ਗਰੀਬ ਨਵਾਜ ਕਹਿੰਦੇ ਜੇ ਜੁਗ ਚਾਰੇ ਆਰਜਾ ਔਰਤ ਸੁਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ। ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ। ਗਰੀਬ ਨਵਾਜ ਕਹਿੰਦੇ ਅਤ ਸੁੰਦਰ, ਰੱਜ ਕੇ ਸੋਹਣਾ ਹੋਵੇ, ਕੁਲੀਨ ਚਤੁਰ, ਫਿਰ ਚੰਗੀ ਕੁੱਲ 'ਚ ਪੈਦਾ ਹੋਵੇ, ਚਤਰ ਹੋਵੇ, ਭਾਵ ਜ਼ਬਾਨ ਦਾ ਬੜਾ ਤਿੱਖਾ ਹੋਵੇ, ਹਾਜ਼ਰ ਜਵਾਬ ਹੋਵੇ, ਮੁੱਖ ਗਿਆਨੀ ਧਨਵੰਤ, ਹਰ ਸਵਾਲ ਦਾ ਜਵਾਬ ਦਿੰਦਾ ਹੋਵੇ। ਔਰ ਜੇ ਇੱਕ ਚੀਜ਼ ਉਹਦੇ ਪੱਲੇ ਨਹੀਂ ਤੇ ਗਰੀਬ ਨਵਾਜ ਕਹਿੰਦੇ ਇਹ ਮੁਰਦਾ ਲਾਸ਼ ਤੋਂ ਬਿਨਾ ਕੱਖ ਵੀ ਨਹੀਂ। ਉਹ ਕੀ? ਤਾਂ ਗਰੀਬ ਨਵਾਜ ਕਹਿੰਦੇ ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਵਾਹਿਗੁਰੂ ਜੀ ਦਾ ਪ੍ਰੇਮ ਨਹੀਂ ਤੇ ਫਿਰ ਕੁਝ ਵੀ ਨਹੀਂ। ਬੰਦੇ ਨੇ ਧਾਰਮਿਕ ਗ੍ਰੰਥ ਬਣਾਏ, ਰਾਜਨੀਤਿਕ ਗ੍ਰੰਥ ਬਣਾਏ, ਬੰਦੇ ਨੇ ਧਰਮ ਪੈਦਾ ਕੀਤਾ, ਵੱਡੇ ਵੱਡੇ ਯੁੱਧ ਲੜੇ, ਦੁਨੀਆ ਤੇ ਰਾਜ ਕੀਤਾ। ਔਰਤ ਨੇ ਕੀ ਕੀਤਾ? ਨਾ ਕੋਈ ਧਾਰਮਿਕ ਗ੍ਰੰਥ ਬਣਾਇਆ, ਨਾ ਕੋਈ ਰਾਜਨੀਤਿਕ ਗ੍ਰੰਥ ਬਣਾਇਆ, ਨਾ ਕੋਈ ਧਰਮ ਪੈਦਾ ਕੀਤਾ, ਨਾ ਕਿਸੇ ਦੇਸ਼ ਤੇ ਕਬਜ਼ਾ ਕੀਤਾ। ਸਿਰਫ ਇੱਕ ਕੰਮ ਕੀਤਾ ਔਰਤ ਨੇ, ਕੀ? ਉਹਨੇ ਪ੍ਰੇਮ ਪੈਦਾ ਕੀਤਾ ਤੇ ਬੰਦਾ ਹੀ ਜਿੱਤ ਲਿਆ, ਤੇ ਬੰਦੇ ਦੇ ਨਾਲ ਸਭ ਕੁਝ ਹੀ ਉਹਨੂੰ ਪ੍ਰਾਪਤ ਹੋ ਗਿਆ। ਦਸਵੇਂ ਪਾਤਸ਼ਾਹ ਕਹਿੰਦੇ ਨੇ ਮੈਂ ਜੋਗੀਆਂ ਦੇ ਘਰ ਵੀ ਵੇਖੇ ਆ, ਮੈਂ ਜਤੀਆਂ ਦੇ ਘਰ ਵੀ ਵੇਖੇ ਆ, ਸੰਨਿਆਸੀਆਂ ਦੇ ਘਰ ਵੀ ਵੇਖੇ ਆ, ਬੋਧੀਆਂ ਦੇ ਘਰ ਵੀ ਵੇਖੇ ਨੇ, ਸਾਰੇ ਹੀ ਚੰਗੇ ਨੇ। ਪਰ ਜੇ ਇੱਕ ਚੀਜ਼ ਪੱਲੇ ਨਹੀਂ ਨਾ, ਤੇ ਜਿੰਨੀ ਉਹਨਾਂ ਦੀ ਮਰਿਆਦਾ ਹੈ ਉਹ 2 ਕੌਡੀ ਦਾ ਮੁੱਲ ਵੀ ਨਹੀਂ ਪੈਂਦਾ। ਸਤਿਗੁਰੂ ਕਹਿੰਦੇ ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਇੱਥੇ ਘਰ ਦਾ ਮਤਲਬ ਮਕਾਨ ਨਹੀਂ, ਇੱਥੇ ਘਰ ਦਾ ਮਤਲਬ ਕੀ ਹੋਇਆ? ਕਿਤਾਬਾਂ, ਗ੍ਰੰਥ, ਸ਼ਾਸਤਰ। ਜੋਗੀਆਂ ਦੀਆਂ ਕਿਤਾਬਾਂ ਵੀ ਮਹਾਰਾਜ ਕਹਿੰਦੇ ਪੜ੍ਹੀਆਂ ਮੈਂ, ਜੋਗ ਸ਼ਾਸਤਰ। ਬੋਧ ਧਰਮ ਦੇ ਘਰ ਵੀ ਵੇਖੇ, ਗ੍ਰੰਥ ਪੜ੍ਹੇ ਨੇ। ਤੇ ਬੜੀ ਮਰਿਆਦਾ ਵਾ ਬੋਧੀਆਂ ਦੀ, ਜੈਨੀਆਂ ਦੀ, ਬੜੀ ਸੋਧ ਰੱਖਦੇ ਨੇ, ਬੜੀ ਸਫਾਈ ਰੱਖਦੇ ਨੇ। ਸੰਨਿਆਸੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਪੈਸੇ ਨੂੰ ਹੱਥ ਨਹੀਂ ਲਾਉਂਦੇ, ਸਾਰੀ ਉਮਰ ਘਰ ਨਹੀਂ ਜਾਂਦੇ, ਤਿਆਗ ਕਰਦੇ ਨੇ। ਕੋਈ ਪੁੱਠਾ ਲਮਕ ਕੇ ਤਪ ਕਰਦਾ, ਪਰ ਜੇ ਪ੍ਰੇਮ ਪੱਲੇ ਨਹੀਂ ਤੇ ਮਹਾਰਾਜ ਕਹਿੰਦੇ ਇਹ ਸਾਰਾ ਤਪ ਕੀਤਾ 2 ਕੌਡੀ ਦਾ ਮੁੱਲ ਨਹੀਂ ਰੱਖਦਾ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰੱਤੀ ਕੇ। 1 ਕੌਡੀ ਦਾ ਨਹੀਂ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਪੈਦਾ ਨਹੀਂ ਹੁੰਦਾ। ਤਾਂ ਰੱਬ ਦਾ ਇੱਕ ਸੁਭਾਅ ਹੈ ਕਿ ਜਿੰਨੇ ਵੀ ਉਹਦੇ ਨਾਲ ਪ੍ਰੇਮ ਕੀਤਾ ਉਹਦੀ ਇੱਜ਼ਤ ਉਹਨੇ ਪਿੱਛੇ ਵੀ ਰੱਖੀ ਹੈ, ਹੁਣ ਵੀ ਰੱਖਦਾ ਤੇ ਗਾਂ ਨੂੰ ਵੀ ਰੱਖੇਗਾ। ਐਵੇਂ ਕੋਈ ਭੁਲੇਖੇ 'ਚ ਨਾ ਰਹਿ ਜੇ। ਕਲਗੀਧਰ ਮਹਾਰਾਜ ਦਾ ਇੱਕ ਬੜਾ ਸੁੰਦਰ ਪ੍ਰਸੰਗ ਹੈ ਸ਼ਰਧਾ ਵਾਲਾ, ਭਾਵਨਾ ਵਾਲਾ। ਆਪਾਂ ਸਾਰੇ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ।
ਬਖਸ਼ਿਸ਼ ਕਰੋ, ਮਿਹਰ ਕਰੋ, ਕਿਉਂਕਿ ਆਪ ਜੀ ਦੀ ਕਿਰਪਾ ਹੀ ਹੈ ਜਿਸ ਨੇ ਸਾਨੂੰ ਤਾਰਨਾ ਹੈ। ਐਵੇਂ ਕੋਈ ਸੱਜਣ ਮਾਣ ਕਰੇ ਤਾਂ ਗਰੀਬ ਨਵਾਜ ਕਹਿੰਦੇ ਮਾਣ ਨਾ ਕਰ, ਅਰਦਾਸ ਕਰ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵੀਸਰਿਆ। ਇੱਥੇ ਤਾਂ ਅਰਦਾਸ ਕਰਨ ਵਾਲੇ ਨੂੰ ਪ੍ਰਾਪਤੀ ਹੋਵੇਗੀ, ਜਿਹੜਾ ਕੋਈ ਆਪਣੇ ਜਪ ਤਪ ਦਾ ਹੰਕਾਰ ਕਰੇਗਾ ਤਾਂ ਮਹਾਰਾਜ ਕਹਿੰਦੇ ਉਹਨੂੰ ਫਿਰ ਵਾਹਿਗੁਰੂ ਪਰਮੇਸ਼ਰ ਪਸੰਦ ਨਹੀਂ ਕਰਦਾ ਹੈ। ਕੋਈ ਸਿੱਖ ਸੀ, ਜਿਵੇਂ ਆਪਾਂ ਸਾਰੇ ਹੋਲੇ ਮਹੱਲੇ ਦੀ ਯਾਤਰਾ ਤੇ ਜਾਂਦੇ ਆ, ਇਸੇ ਤਰ੍ਹਾਂ ਉਹ ਪੰਜਾ ਸਾਹਿਬ ਦੀ ਯਾਤਰਾ ਤੇ ਗਿਆ। 1947 ਤੋਂ ਪਹਿਲਾਂ ਦਾ ਵਚਨ ਹੈ। ਜਾਪ ਸਾਹਿਬ ਦੇ ਟੀਕੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਇਹਨੂੰ ਲਿਖਿਆ ਹੈ ਕਿ ਕਲਗੀਧਰ ਸੱਚੇ ਪਾਤਸ਼ਾਹ ਅੱਜ ਵੀ ਹਾਜ਼ਰ ਨੇ, ਅੱਜ ਵੀ ਉਹ ਆਪਣੇ ਸਿੱਖ ਦੀ ਮਦਦ ਕਰਦੇ ਨੇ। ਜਿਹੜਾ ਉਹਨਾਂ ਤੇ ਭਾਵਨਾ ਰੱਖੇ, ਸ਼ਰਧਾ ਰੱਖੇ, ਉਹਨੂੰ ਅੱਜ ਵੀ ਉਹ ਦਰਸ਼ਨ ਦਿੰਦੇ ਨੇ, ਉਹਦੀ ਮਨੋਕਾਮਨਾ ਪੂਰੀ ਕਰਦੇ ਨੇ। ਤਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਲਿਖਦੇ ਨੇ ਕਿ ਸਿੱਖ ਸਿੱਖਣੀ ਪੰਜਾ ਸਾਹਿਬ ਦੀ ਯਾਤਰਾ ਤੇ ਗਏ, ਇੱਕ ਘੋੜੀ ਲੈ ਲਈ ਨਾਲ, ਸਮਾਨ ਲੈ ਲਿਆ ਨਾਲ। ਕਦੀ ਸਿੱਖ ਚੜ ਜੇ, ਉਹ ਥੱਕ ਜਾਵੇ ਤੇ ਬੀਬੀ ਨੂੰ ਚੜਾ ਲਵੇ, ਤੇ ਇਦਾਂ ਯਾਤਰਾ ਕਰਦੇ ਪੜਾ ਦਰ ਪੜਾ ਤੁਰੇ ਜਾਂਦੇ। ਹੋਇਆ ਕੀ ਸਾਧ ਸੰਗਤ ਜੀ, ਇੱਕ ਧਰਮਸ਼ਾਲਾ ਵਿੱਚ ਰਾਤ ਕੱਟੀ। ਉੱਥੇ ਕੋਈ ਪਠਾਨ ਸੀ, ਉਹ ਵੀ ਰਾਤ ਕੱਟਣ ਆ ਗਿਆ। ਉਹਨੇ ਦੇਖਿਆ ਵੀ ਸਿੱਖ ਸਿੱਖੜੀ ਪੈਸੇ ਵਾਲੇ ਜਾਪਦੇ ਨੇ, ਤੇ ਹੋਵੇ ਨਾ ਇਹਨਾਂ ਨੂੰ ਲੁੱਟਿਆ ਜਾਵੇ। ਤਾਂ ਉਹਨੇ ਸਿੱਖ ਨੂੰ ਪੁੱਛਿਆ ਤੁਸੀਂ ਕਿੱਥੇ ਚੱਲੇ? ਕਹਿੰਦੇ ਪੰਜਾ ਸਾਹਿਬ ਦੀ ਯਾਤਰਾ ਤੇ ਚੱਲੇ। ਤਾਂ ਉਹ ਕਹਿਣ ਲੱਗਾ ਬੜਾ ਚੰਗਾ ਹੋਇਆ ਵੀ ਸਾਥ ਬਣ ਗਿਆ, ਮੈਂ ਵੀ ਪੰਜਾ ਸਾਹਿਬ ਦੀ ਯਾਤਰਾ ਤੇ ਚੱਲਿਆ। ਤਾਂ ਰਾਤ ਧਰਮਸ਼ਾਲਾ ਦੇ ਵਿੱਚ ਕੱਟੀ ਤੇ ਸਵੇਰੇ ਅਜੇ ਦਿਨ ਨਹੀਂ ਸੀ ਚੜਿਆ। ਉਹ ਪਠਾਨ ਕਹਿੰਦਾ ਤੁਰੀਏ ਫਿਰ। ਤਾਂ ਸਿੱਖ ਦੇ ਮਨ 'ਚ ਸ਼ੱਕ ਆ ਗਿਆ ਵੀ ਅਜੇ ਤਾਂ ਹਨੇਰਾ ਹੀ ਹੈ, ਇਹ ਮੈਨੂੰ ਕਿਉਂ ਤੁਰਨ ਵਾਸਤੇ ਕਹਿੰਦਾ ਹੈ। ਤਾਂ ਪਠਾਨ ਬੜਾ ਤਿੱਖਾ ਸੀ, ਉਹ ਸਮਝ ਗਿਆ ਵੀ ਸਿੱਖ ਨੂੰ ਮੇਰੇ ਤੇ ਸ਼ੱਕ ਹੋ ਗਿਆ। ਤਾਂ ਉਹ ਪਠਾਨ ਨੇ ਆਖਿਆ ਸਿੱਖਾ ਮੇਰੇ ਤੇ ਸ਼ੱਕ ਨਾ ਕਰ, ਕੋਈ ਇਦਾਂ ਦੀ ਗੱਲ ਨਹੀਂ, ਮੈਂ ਤਾਂ ਸਿਰਫ ਇਹ ਚਾਹੁੰਦਾ ਵੀ ਸਾਥ ਬਣ ਜੇ ਤੇ ਯਾਤਰਾ ਜਿਹੜੀ ਉਹ ਸੁਖੈਨ ਹੋ ਜੇ। ਤਾਂ ਸਿੱਖ ਦੇ ਮਨ ਦੇ ਵਿੱਚ ਉਹ ਸੰਸਾ ਨਾ ਗਿਆ। ਤਾਂ ਜਿਹੜੇ ਰਾਜਨੀਤਿਕ ਬੰਦੇ ਹੁੰਦੇ ਨਾ, ਚਤਰ ਬੰਦੇ ਹੁੰਦੇ ਆ, ਇਹ ਫਿਰ ਬੰਦੇ ਦੀ ਕਮਜ਼ੋਰੀ ਦੇਖਦੇ ਵੀ ਇਹ ਕਿਹੜੀ ਗੱਲ ਤੇ ਭਰੋਸਾ ਕਰੂਗਾ। ਤਾਂ ਉਹਨੇ ਸਿੱਖ ਦੀ ਕਮਜ਼ੋਰੀ ਫੜੀ। ਉਹ ਕਹਿੰਦਾ ਤੂੰ ਮੇਰੇ ਤੇ ਯਕੀਨ ਨਹੀਂ ਕਰਨਾ ਤੇ ਗੁਰੂ ਗੋਬਿੰਦ ਸਿੰਘ ਤੇ ਯਕੀਨ ਕਰਦਾ ਨਾ। ਜਿਵੇਂ ਜਫਰਨਾਮੇ 'ਚ ਮਹਾਰਾਜ ਕਹਿੰਦੇ ਨਾ, ਬਾਅਦ ਦੇ ਵਿੱਚ ਆਪਾਂ ਰੌਲਾ ਪਾਉਂਦੇ ਰਹਿੰਦੇ ਵੀ ਫਲਾਣੇ ਨੇ ਗੁੜਕਾ ਸਾਹਿਬ ਫੜ ਕੇ ਸਹੁੰ ਖਾ ਲਈ, ਫਲਾਣੇ ਨੇ ਆਹ ਝੂਠ ਮਾਰਤਾ, ਤੇ ਜਫਰਨਾਮਾ ਪੜ੍ਹ ਲੈਂਦੇ। ਉੱਥੇ ਤੇ ਸਪਸ਼ਟ ਹੀ ਲਿਖਿਆ ਜਿਹੜਾ ਰਾਜਨੀਤਿਕ ਬੰਦਾ ਕੁਰਾਨ ਦੀ ਸਹੁੰ ਖਾਵੇ ਉੱਤੇ ਯਕੀਨ ਨਾ ਕਰਿਓ। ਪਰ ਅਸੀਂ ਤੇ ਆਪਣੇ ਗ੍ਰੰਥ ਪੜ੍ਹਦੇ ਹੀ ਨਹੀਂ। ਸਾਨੂੰ ਤੇ ਊਂ ਹੀ ਅੱਗ ਲੱਗ ਜਾਂਦੀ ਆ ਵੀ ਇੰਨੇ ਗ੍ਰੰਥ ਕਿਹੜਾ ਕਿਹੜਾ ਪੜ੍ਹਦੇ ਰਵਾਂਗੇ। ਦੁਨੀਆ ਦੇ ਧਰਮ ਸਾਹਿਤ ਸਿਰਜਦੇ ਆ, ਇੱਕ ਸਿੱਖ ਧਰਮ ਦੇ ਪ੍ਰਚਾਰਕ ਇਦਾਂ ਦੇ ਜਿਹੜਾ ਆਪਣਾ ਹੀ ਸਾਹਿਤ ਨਸ਼ਟ ਕਰਨ ਤੇ ਤਗੜੇ ਹੋ ਕੇ ਲੱਗੇ ਪਏ। ਤਾਂ ਉੱਥੇ ਕਲਗੀਧਰ ਜਫਰਨਾਮੇ ਵਿੱਚ ਕਹਿੰਦੇ ਨੇ ਕਿ ਭਾਈ ਸਿੱਖਾ, ਰਾਜਨੀਤਿਕ ਬੰਦਾ ਭਾਵੇਂ ਜਿੰਨੀਆਂ ਮਰਜ਼ੀ ਸਹੁੰਆਂ ਖਾਵੇ, ਹੱਥ ਵਿੱਚ ਕੁਰਾਨ ਫੜ ਕੇ ਵੀ ਸਹੁੰ ਖਾ ਲੇ, ਉਹਦਾ ਯਕੀਨ ਨਹੀਂ ਕਰਨਾ, ਉਹ ਸਿਰਫ ਆਪਣਾ ਮਤਲਬ ਕੱਢਦਾ ਪਿਆ ਹੈ। ਤਾਂ ਇਹਨੇ ਕੀ ਆਖਿਆ, ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਯਕੀਨ ਕਰਦਾ। ਤਾਂ ਮਹਾਰਾਜ ਦਾ ਨਾਂ ਸੁਣ ਕੇ ਸਿੱਖ ਨੂੰ ਯਕੀਨ ਆ ਗਿਆ। ਗੱਲ ਉਹੀ ਹੋਈ, ਰਸਤੇ ਵਿੱਚ ਗਏ ਤਾਂ ਇਹਨੇ ਪਠਾਨ ਨੇ ਸਿੱਖ ਦੇ ਢਿੱਡ ਦੇ ਵਿੱਚ, ਵੱਖੀ ਦੇ ਵਿੱਚ ਪਿੱਛੋਂ ਆਪਣੇ ਸਾਈਡ ਤੋਂ ਖੰਜਰ ਮਾਰਤਾ, ਉਹ ਡਿੱਗ ਪਿਆ। ਤਾਂ ਸਿੱਖਣੀ ਜਿਹੜੀ ਘੋੜੀ ਤੇ ਬੈਠੀ ਹੈ, ਵਾਗਾਂ ਫੜ ਕੇ ਤੁਰ ਪਿਆ ਤੇ ਕਹਿਣ ਲੱਗਾ ਵੀ ਸਿੱਧੀ ਹੋ ਕੇ ਹੁਣ ਤੁਰੀ ਚੱਲ। ਤਾਂ ਬੜੀ ਵਿਚਾਰੀ ਵਿਰਾਗ ਕਰਨ ਲੱਗ ਪਈ। ਹੁਣ ਤੁਸੀਂ ਆਪ ਹੀ ਸੋਚੋ ਵੀ ਕੋਈ ਬੰਦਾ ਪ੍ਰਦੇਸ਼ ਵਿੱਚ ਹੋਵੇ, ਯਾਤਰਾ ਤੇ ਗਿਆ ਹੋਵੇ, ਉਹਦੇ ਨਾਲ ਇਹੋ ਜਿਹੀ ਘਟਨਾ ਵਾਪਰ ਜੇ ਤੇ ਇੱਕ ਵਾਰੀ ਤੇ ਐਸਾ ਹਾਲਾਤ ਬਣ ਜਾਂਦੇ ਜਿਵੇਂ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ, ਸੁਣਨਾ ਪ੍ਰਭੂ ਜੀਓ ਇੱਕ ਲੜੀ ਬਨਵਾਹੇ। ਇਦਾਂ ਦੇ ਹਾਲਾਤ ਪੈਦਾ ਹੋ ਜਾਂਦੇ।
ਤਾਂ ਉਹ ਭੈਣ, ਉਹ ਮਾਤਾ, ਉਹ ਸਿੱਖਣੀ, ਉਹ ਬੀਬੀ ਜੀ ਆਸੇ ਪਾਸੇ ਵੇਖਦੀ ਤੇ ਨਾਲੇ ਵਿਰਾਗ ਕਰਦੀ। ਤੇ ਪਠਾਨ ਹੰਕਾਰ ਦੇ ਵਿੱਚ ਕਹਿੰਦਾ ਤੇਰਾ ਘਰ ਵਾਲਾ ਮਰ ਚੁੱਕਾ ਵਾ, ਉਹ ਨਹੀਂ ਹੁਣ ਉੱਠਦਾ, ਤੇ ਤੂੰ ਸਿੱਧੀ ਹੋ ਕੇ ਮੇਰੇ ਨਾਲ ਤੁਰੀ ਚੱਲ। ਚਲੋ ਕੁਝ ਅੱਗੇ ਗਏ, ਉਹਨੇ ਫੇਰ ਬੀਬੀ ਨੇ ਖੱਬੇ ਸੱਜੇ ਦੇਖਿਆ ਤਾਂ ਪਠਾਨ ਕਹਿੰਦਾ ਕਿਹਨੂੰ ਦੇਖਦੀ, ਇੱਥੇ ਕਿਸੇ ਨੇ ਨਹੀਂ ਆਉਣਾ ਤੇਰੀ ਸਹਾਇਤਾ ਕਰ। ਉਹ ਫੇਰ ਮਾਤਾ ਵਿਚਾਰੀ ਦੇਖਦੀ ਰਹੀ ਇੱਧਰ ਉੱਧਰ, ਤਾਂ ਪਠਾਨ ਨੂੰ ਖਿੱਚ ਚੜੀ, ਕਹਿੰਦਾ ਕਿਹਨੂੰ ਦੇਖਦੀ ਆ, ਘਰ ਵਾਲੇ ਨੂੰ, ਕਿਸੇ ਸਿੱਖ ਨੂੰ, ਕਿਸੇ ਬੰਦੇ ਨੂੰ ਜਿਹੜਾ ਤੇਰੀ ਮੱਤ ਤੇ ਆਵੇ। ਕਹਿੰਦੇ ਨਹੀਂ, ਬੰਦੇ ਦਾ ਤੇ ਭਰੋਸਾ ਸਿੱਖ ਕਰਦਾ ਹੀ ਨਹੀਂ, ਕਿਉਂਕਿ ਸੁਖਮਣੀ ਸਾਹਿਬ ਚ ਮਹਾਰਾਜ ਕਹਿੰਦੇ ਮਾਨੁਕ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸਕੇ ਦੀਏ ਰਹੇ ਅਗਾਏ ਬਹੁਰ ਨਾ ਤ੍ਰਿਸ਼ਨਾ ਲੱਗੇ ਆ। ਮੈਂ ਤੇ ਉਸ ਸੱਚੇ ਪਾਤਸ਼ਾਹ ਨੂੰ ਵੇਖਦੀ ਆ ਜਿਹਦੀ ਤੂੰ ਜਾਮਣੀ ਭਰੀ, ਜਿਹਨੂੰ ਗਵਾਹ ਪਾਇਆ ਸੀ ਸਾਡੇ ਵਿੱਚ, ਜਿਹਦੇ ਕਰਕੇ ਮੇਰੇ ਘਰ ਵਾਲੇ ਨੇ ਤੇਰੇ ਤੇ ਯਕੀਨ ਕਰ ਲਿਆ, ਧਰਮ ਦਾ ਵਾਸਤਾ ਦਿੱਤਾ। ਤਾਂ ਉਹ ਪਠਾਨ ਦੀ ਬਿਰਤੀ ਵੇਖੋ ਹੁਣ ਕੀ ਨਿਕਲਿਆ ਉਹਦੇ ਮੂੰਹ ਦੇ ਵਿੱਚੋਂ। ਉਹ 10ਵਾਂ ਪਾਤਸ਼ਾਹ, ਮਾਫ ਕਰਿਓ ਸਾਧ ਸੰਗਤ ਜੀ, ਇਹ ਉਹਦੇ ਬੋਲ ਨੇ, ਉਹਨੂੰ ਮਰੇ ਨੂੰ ਤੇ 300 ਸਾਲ ਹੋ ਗਿਆ। ਤੇ ਗੁਰਬਾਣੀ ਕੀ ਕਹਿੰਦੀ ਹੈ, ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਮਨਾਸੀ ਪੁਰਖ ਹੈ। ਉਹ ਤਾਂ ਨਾਸ ਤੋਂ ਰਹਿਤ ਅੱਜ ਵੀ ਹਾਜ਼ਰ ਹੈ। ਤੇ ਗੁਰਬਾਣੀ ਕਹਿੰਦੀ ਹੈ ਤੂੰ ਸ਼ਰਧਾ ਰੱਖ, ਉਹ ਹਰ ਥਾਂ ਤੇ ਹੀ ਹੈ। ਆਪਾਂ ਬੜੇ ਪ੍ਰੇਮ ਦੇ ਨਾਲ ਪੜ੍ਹਦੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਤਾਂ ਜਦੋਂ ਇਸ ਬੀਬੀ ਨੇ ਆਖਿਆ ਵੀ ਠੀਕ ਹੈ ਤੂੰ ਜ਼ੁਲਮ ਕੀਤਾ, ਪਾਪ ਕੀਤਾ, ਔਰ ਇਹ ਨਾ ਕਹਿ ਵੀ 10ਵਾਂ ਪਾਤਸ਼ਾਹ ਹਾਜ਼ਰ ਨਹੀਂ ਹੈ, ਉਹ ਹਰ ਸਮੇਂ ਹਾਜ਼ਰ ਹੈ। ਤੇ ਉਹਦਾ ਕੌਲ ਹੈ, ਕੀ ਕੌਲ ਹੈ ਕਿ ਸੁਖੀ ਬਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਉਹ ਆਪਣੇ ਸਿੱਖਾਂ ਦੀ ਰੱਖਿਆ ਕਰਦਾ ਹੈ। ਗੁਰਬਾਣੀ ਵੀ ਕਹਿੰਦੀ ਹੈ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਜਾਂ ਮਹਾਰਾਜ ਕਹਿੰਦੇ ਨੇ ਕਥਾ ਪੁਰਾਤਨ ਇਉਂ ਸੁਣੀ, ਇਹ ਪੁਰਾਣੀਆਂ ਕਥਾਵਾਂ ਨਾ। ਤੇ ਕਈ ਸਿੱਖ ਕਹਿੰਦੇ ਜੀ ਤੁਸੀਂ ਕਿਉਂ ਸਾਖੀਆਂ ਸੁਣਾਉਂਦੇ ਆ, ਤਾਂ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਆ ਵੀ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ, ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲਈਏ ਮਾਨੀ। ਇਹ ਤਾਂ ਉਦਾਹਰਣ ਦਿੱਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੋ ਸਾਧ ਸੰਗਤ ਜੀ, ਉਹ ਮਾਤਾ ਦੀ ਸ਼ਰਧਾ ਵੇਖੋ, ਘਰ ਵਾਲੇ ਦੀ ਮੌਤ ਹੋ ਗਈ, ਪਰਿਵਾਰ ਦਾ ਮੈਂਬਰ ਕੋਈ ਨਹੀਂ, ਜੰਗਲ ਬਿਆਬਾਨ ਉਜਾੜ, ਪਰ ਭਾਵਨਾ ਕਿੰਨੀ 10ਵੇਂ ਪਾਤਸ਼ਾਹ ਤੇ ਵੀ ਇੱਥੇ ਵੀ ਹਾਜ਼ਰ ਹੈ। ਸੋ ਇਹਦੀ ਭਾਵਨਾ ਵੇਖ ਕੇ ਜਦੋਂ ਇਹਨੇ ਤੀਸਰੀ ਵਾਰੀ ਮਾਤਾ ਨੇ ਆਖਿਆ ਨਾ ਠੀਕ ਹੈ ਤੂੰ ਪਾਪ ਕੀਤਾ, ਔਰ ਇਹ ਗੱਲ ਨਾ ਕਹਿ ਵੀ ਰੱਬ ਹਾਜ਼ਰ ਨਹੀਂ ਹੈ, ਉਹ ਹਰ ਥਾਂ ਤੇ ਹੀ ਹਾਜ਼ਰ ਹੈ। ਤਾਂ ਇਹ ਸਾਡੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਕਲਗੀਧਰ ਮਹਾਰਾਜ ਉੱਥੇ ਪ੍ਰਗਟ ਹੁੰਦੇ, ਫਿਰ ਘੋੜੇ ਤੇ ਸਵਾਰ, 5 ਸਿੰਘ ਉਹਨਾਂ ਦੇ ਨਾਲ ਸ਼ਸਤਰਧਾਰੀ ਦੇ। ਤਾਂ ਸਕਿੰਟਾਂ ਦੀ ਖੇਡ ਹੈ ਕਿ ਉਹ ਪਠਾਨ ਦੀ ਧੌਣ ਰਿੜਦੀ ਜਾਂਦੀ ਦਿਖਦੀ, ਉਸ ਮਾਤਾ ਨੂੰ ਉਭਾਰਦੇ ਆ, ਬਚਾਉਂਦੇ ਆ, ਆਪਣੇ ਸੁਭਾਅ ਦੇ ਮੁਤਾਬਕ ਉਹਦੀ ਲਾਜ ਰੱਖਦੇ, ਬੜਾ ਪ੍ਰੇਮ ਕਰਦੇ ਤੇ ਬਚਨ ਕਰਦੇ ਵੀ ਇੰਨੀ ਸ਼ਰਧਾ ਵੀ ਤੇਰੇ ਘਰ ਵਾਲੇ ਦੀ ਮੌਤ ਹੋ ਗਈ, ਤੂੰ ਤਾਂ ਵੀ ਆਪਣਾ ਵਿਸ਼ਵਾਸ ਨਹੀਂ ਮੇਰੇ ਤੋਂ ਛੱਡਿਆ, ਇਸ ਕਰਕੇ ਮੈਂ ਤੇਰੇ ਸਾਹਮਣੇ ਪ੍ਰਗਟ ਹੋਇਆ, ਕਿਉਂਕਿ ਇੰਨਾ ਦੁੱਖ ਉਠਾ ਕੇ ਵੀ ਤੂੰ ਆਪਣਾ ਭਰੋਸਾ ਨਹੀਂ ਛੱਡਿਆ। ਤਾਂ ਮਹਾਰਾਜ ਕਹਿੰਦੇ ਜਿਹੜਾ ਸਤਿਗੁਰੂ ਜੀ ਤੇ ਭਰੋਸਾ ਰੱਖੇਗਾ, ਦੁੱਖ ਸੁੱਖ ਤੇ ਹਰੇਕ ਨੂੰ ਹੀ ਆਉਣਾ ਹੈ, ਤੇ ਦੁੱਖ ਸੁੱਖ ਯੂਨੀਵਰਸਲ ਆ। ਚਲੋ ਬੰਦੇ ਦੀ ਗੱਲ ਛੱਡੋ, ਇਹ ਤਾਂ ਪਸ਼ੂਆਂ ਨੂੰ ਵੀ ਆਉਂਦਾ ਹੈ। ਤੇ ਸਾਰੀ ਦੁਨੀਆ 'ਚ ਜਿਵੇਂ ਵਾਹਿਗੁਰੂ ਵਿਆਪਕ ਆ, ਇਸੇ ਤਰ੍ਹਾਂ ਦੁੱਖ ਸੁੱਖ ਵੀ ਵਿਆਪਕ ਆ। ਹਰ ਸ਼ਬਦ ਦਾ ਸਿਧਾਂਤ ਰਹਾਉ ਦੇ ਵਿੱਚ ਹੈ, ਔਰ ਇੱਕ ਸ਼ਬਦ ਇਦਾਂ ਦਾ ਵੀ ਆ, ਮਹਾਰਾਜ ਕਹਿੰਦੇ ਰਹਾਉ ਦਾ ਵੀ ਨਿਯਮ ਨਹੀਂ ਆ, ਉੱਥੇ ਰਹਾਉ ਵਰਤੀ ਨਹੀਂ ਮਹਾਰਾਜ ਨੇ, ਉੱਥੇ ਸਿਧਾਂਤ ਕਿੱਥੇ ਰੱਖ ਦਿੱਤਾ, ਅਖੀਰ ਤੇ ਜਾ ਕੇ ਨਾਨਕ ਦੁਖੀਆ ਸਭ ਸੰਸਾਰ। ਜਿਵੇਂ ਵਾਹਿਗੁਰੂ ਵਿਆਪਕ ਹੈ, ਯੂਨੀਵਰਸਲ ਹੈ, ਇਸੇ ਤਰ੍ਹਾਂ ਸੁੱਖ ਦੁੱਖ ਵੀ ਜਿਹੜਾ ਹੈ ਉਹ ਵੀ ਵਿਆਪਕ ਹੀ ਆ, ਸਾਰੇ ਸੰਸਾਰ ਦੇ ਵਿੱਚ ਹੀ ਹੈ।
ਤਾਂ ਜਿਹੜਾ ਦੁੱਖ ਸੁੱਖ ਦੇ ਵਿੱਚ ਵੀ ਆਪਣੀ ਬਿਰਤੀ ਸਮਾਨ ਰੱਖੇਗਾ, ਡੋਲੇਗਾ ਨਹੀਂ, ਉਹਦੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਹਾਇਤਾ ਕਰਦੇ ਹਨ, ਬਾਂਹ ਫੜਦੇ ਹਨ। ਤਾਂ ਸਤਿਗੁਰੂ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ। ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਏ। ਉਹਦੀ ਭਾਵਨਾ ਵੇਖ ਕੇ ਜਿੱਥੇ ਮਾਤਾ ਦੀ ਰੱਖਿਆ ਕੀਤੀ, ਉੱਥੇ ਇਤਿਹਾਸ ਕਹਿੰਦਾ ਵੀ ਉਹਦੇ ਘਰ ਵਾਲੇ ਨੂੰ ਦੁਬਾਰਾ ਮਹਾਰਾਜ ਨੇ ਜੀਵਨ ਦਾਨ ਦਿੱਤਾ ਕਿ ਤੇਰੀ ਭਾਵਨਾ ਹੈ, ਤੇਰਾ ਭਰੋਸਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖ। ਪ੍ਰਭ ਭਾਵੈ ਤਾਂ ਮਹਾਰਾਜ ਕਹਿੰਦੇ ਪਾਥਰ ਤਰਾਵੇ, ਭਾਵੇਂ ਪੱਥਰਾਂ ਨੂੰ ਤਾਰ ਦੇਵੇ, ਉਹਦੀ ਮਰਜ਼ੀ ਹੋਵੇ ਤੇ ਬਿਨਾਂ ਸਾਹਾਂ ਤੋਂ ਵੀ ਉਹ ਰੱਖ ਲੈਂਦਾ ਹੈ। ਤਾਂ ਜਦੋਂ ਅਸੀਂ ਦੁੱਖ ਤੇ ਸੁੱਖ ਦੇ ਵਿੱਚ ਬਿਰਤੀ ਸਾਂਭ ਰੱਖਦੇ ਹਾਂ, ਫਿਰ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਉੱਤੇ ਕਿੱਡੀ ਵੱਡੀ ਕਿਰਪਾ ਕਰਦਾ ਹੈ ਕਿ ਆਪ ਹਾਜ਼ਰ ਹੁੰਦਾ ਹੈ। ਆਓ ਇੱਕ ਵਾਰੀ ਸਾਰੇ ਮਹਾਰਾਜ ਦੀ ਉਸਤਤ ਵਿੱਚ ਇੱਕ ਸ਼ਬਦ ਪੜ੍ਹੀਏ ਤੇ ਫਿਰ ਇਸੇ ਪ੍ਰਕਰਨ ਦੇ ਅਨੁਸਾਰ ਹੀ ਅੱਗੇ ਹੁਕਮਨਾਮਾ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ। ਦਸਵੇਂ ਪਾਤਸ਼ਾਹ ਨੂੰ ਯਾਦ ਕਰੀਏ ਜਿਨ੍ਹਾਂ ਦਾ ਪਾਵਨ ਪਵਿੱਤਰ ਜੋੜ ਮੇਲਾ ਹੈ। ਸਤਿਗੁਰੂ ਜੀ ਅੱਗੇ ਅਰਦਾਸ ਕਰੀਏ, ਬੇਨਤੀ ਕਰੀਏ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਭਾਵਨਾ ਰੱਖਣੀ ਚਾਹੀਦੀ ਹੈ। ਕਲਗੀਧਰ ਮਹਾਰਾਜ ਅੱਜ ਵੀ ਹਾਜ਼ਰ ਹੁੰਦੇ ਨੇ, ਅੱਜ ਵੀ ਆਪਣੇ ਸਿੱਖ ਦੀ ਬਾਂਹ ਫੜਦੇ ਨੇ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਈਏ, ਹਰ ਜੀਓ ਹਰਨਾਕ ਸਮਾਰ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ। ਗੁਰਮੁਖ ਕਿਹੜਾ ਹੈ? ਗੁਰੂ ਕਾ ਸਿੱਖ ਕਿਹੜਾ ਜਿਹਨੂੰ ਭਰੋਸਾ ਹੈ 100% ਮਹਾਰਾਜ ਉੱਤੇ ਕਿ ਸੱਚੇ ਪਾਤਸ਼ਾਹ ਅੱਜ ਵੀ ਹਾਜ਼ਰ ਨੇ, ਖਾਲਸੇ ਵਿੱਚ ਵਰਤਦੇ ਨੇ। ਉਹ ਵੱਖਰੀ ਗੱਲ ਹੈ ਕਿ ਵਰਤਦੇ ਉਦੋਂ ਨੇ ਜਦੋਂ ਖਾਲਸਾ ਇਕੱਠਾ ਰਹਿੰਦਾ ਹੈ, ਜਦੋਂ ਏਕਤਾ ਵਿੱਚ ਰਹਿੰਦਾ ਹੈ। ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ। ਤੇ ਸੰਗਤ ਕੀ ਹੈ? ਸਮੂਹ ਹੈ, ਜਿਹਨੂੰ ਮਹਾਰਾਜ ਕਹਿੰਦੇ ਮੇਰੀ ਨਮਸਕਾਰ ਹੈ। ਨਮੋ ਬ੍ਰਿੰਦ ਬ੍ਰਿੰਦੇ। ਬ੍ਰਿੰਦ ਕਿਹਨੂੰ ਕਹਿੰਦੇ? ਇਕੱਠ ਨੂੰ। ਉਹ ਇਕੱਠ ਜਿਹਦੇ ਵਿੱਚ ਵਾਹਿਗੁਰੂ ਵਸਦਾ, ਉਹਨੂੰ ਵੀ ਮੈਂ ਮੱਥਾ ਟੇਕਦਾ, ਨਮਸਕਾਰ ਕਰਦਾ ਐਸੇ ਇਕੱਠ ਨੂੰ, ਸਿਰ ਝੁਕਾਉਣਾ। ਸੋ ਜੇ ਗੁਰੂ ਕਾ ਸਿੱਖ ਇਸ ਤਰ੍ਹਾਂ ਬਿਰਤੀ ਰੱਖੇ, ਦੁੱਖ ਸੁੱਖ ਚ ਨਿਰਲੇਪ ਰਵੇ, ਤਾਂ ਫਿਰ ਕਿੱਡੀ ਵੱਡੀ ਬਖਸ਼ਿਸ਼ ਹੁੰਦੀ ਹੈ। ਤਾਂ ਹਿੰਦ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਿਰ ਜੀਵਨ ਮੁਕਤ ਅਵਸਥਾ ਦਾ ਵਰਣਨ ਕਰਦੇ ਹੋਏ ਇਹ ਪਵਿੱਤਰ ਬਚਨ ਕਰਦੇ ਨੇ। ਆਓ ਬੜੇ ਪ੍ਰੇਮ ਦੇ ਨਾਲ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਵਿਚਾਰ ਸ਼ਰਵਣ ਕਰੀਏ ਜੀ। ਸਤਿਗੁਰੂ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਜਿਹੜਾ ਵੀ ਗੁਰੂ ਕਾ ਸਿੱਖ, ਜਿਹੜਾ ਵੀ ਪੁਰਸ਼ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨੇਗਾ, ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਣਾ, ਦੁੱਖ ਨੂੰ ਦਵਾਈ ਕਰਕੇ ਮੰਨਣਾ। ਜਿਵੇਂ ਡਾਕਟਰ ਆਪਰੇਸ਼ਨ ਕਰਦਾ ਤੇ ਜੇ ਕੋਈ ਉਹੋ ਜਿਹਾ ਬੰਦਾ ਹੋਵੇ ਉਹ ਕਵੇ ਉਹ ਤੁਹਾਡਾ ਭਲਾ ਹੋ ਜੇ, ਏਡਾ ਜ਼ੁਲਮ ਕਰਦਾ ਇਹ ਤੇ ਬਾਂਹ ਵੱਢ ਦੇਣ ਲੱਗਾ। ਹੁਣ ਉਹਨੂੰ ਪਤਾ ਹੀ ਨਹੀਂ ਵੀ ਇਹਨੂੰ ਸ਼ੂਗਰ ਹੋ ਗਈ ਹੈ, ਲਾਤੇ ਦੀ ਵੱਢਣੀ ਪੈਣੀ, ਨਹੀਂ ਤੇ ਸਾਰਾ ਸਰੀਰ ਹੀ ਗਰਕ ਜਾਣਾ। ਹੁਣ ਦੇਖਣ ਨੂੰ ਡਾਕਟਰ ਕਿੱਡਾ ਵੱਡਾ ਜ਼ੁਲਮ ਕਰਦਾ ਹੈ, ਪਰ ਸਿਆਣੇ ਬੰਦੇ ਨੂੰ ਪਤਾ ਇਹ ਜ਼ੁਲਮ ਨਹੀਂ ਕਰਦਾ। ਇਹਦਾ ਜਿਹੜਾ ਆਪਰੇਸ਼ਨ ਆ, ਦੁੱਖ ਆ, ਉਹ ਮੈਨੂੰ ਜੀਵਨ ਦਾਨ ਦੇਣ ਵਾਸਤੇ ਆ, ਉਹ ਮੈਨੂੰ ਮਾਰਨ ਵਾਸਤੇ ਨਹੀਂ ਹੈ। ਇਸੇ ਤਰ੍ਹਾਂ ਦਵਾਈ ਕੌੜੀ ਹੈ,
ਪਰ ਕੌੜੀ ਦਵਾਈ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਖਤਮ ਕਰਦੀ। ਤਾਂ ਦੁੱਖ ਨੂੰ ਮਹਾਰਾਜ ਕਹਿੰਦੇ ਤੂੰ ਦੁੱਖ ਕਰਕੇ ਨਾ ਮੰਨ, ਵੇਖਣ ਦਾ ਨਜ਼ਰੀਆ ਬਦਲ ਲੋ, ਦੁੱਖ ਸੁੱਖ ਬਦਲ ਜਾਂਦਾ ਜੀ। ਜੇ ਗੁਰੂ ਕਿਰਪਾ ਕਰੇ ਨਾ, ਵੇਖਣ ਦਾ ਨਜ਼ਰੀਆ ਬਦਲ ਜੇ ਤੇ ਦੁੱਖ ਸੁੱਖ ਬਦਲ ਜਾਂਦਾ। ਕਿਸੇ ਸਾਧ ਨੇ ਆਪਦੇ ਚੇਲਿਆਂ ਨੂੰ ਆਖਿਆ, ਉਹ ਅੰਬ ਦਾ ਦਰਖਤ, ਇੱਕ ਨੂੰ ਕਹਿੰਦਾ ਜਾ ਕੇ ਉਹ ਤੂੰ ਐ ਕਰ, ਡਾਂਗ ਲੈ ਤੇ ਅੰਬ ਝਾੜ। ਉਹ ਮਾਰ ਲੱਗਾ ਵੱਟ ਵੱਟ ਕੇ। ਤਾਂ ਦੋ ਚੇਲੇ ਖੜੇ ਕਰਕੇ ਕਹਿੰਦਾ ਤੈਨੂੰ ਕੀ ਦਿਖਿਆ? ਪਹਿਲੇ ਨੂੰ ਕਹਿੰਦਾ ਕੀ ਦਿਖਿਆ? ਹੁਣ ਪਹਿਲੇ ਦਾ ਮਨ ਕਿਦਾਂ ਦਾ ਸੀ? ਉਹ ਕਹਿੰਦਾ ਜੀ ਮੇਰੇ ਹਿਸਾਬ ਨਾਲ ਮੈਨੂੰ ਇਹ ਦਿਖਿਆ ਵੀ ਇਹ ਜਿਹੜੀ ਦੁਨੀਆ ਨਾ, ਇਹ ਡਾਂਗ ਤੋਂ ਬਿਨਾਂ ਰੋਕ ਨਹੀਂ ਆਉਂਦੀ। ਇਹ ਡੰਡਾ ਫੇਰਨ ਵਾਲਾ ਤਗੜਾ ਚਾਹੀਦਾ, ਇਹ ਫੇਰ ਹੀ ਕੰਮ ਦਿੰਦੀ ਆ। ਕਹਿੰਦੇ ਚਾ ਠੀਕ ਹੈ। ਅੱਛਾ, ਦੂਜੇ ਨੂੰ ਕਹਿੰਦੇ ਵੀ ਉਹ ਘਟਨਾ ਉਸੇ ਤਰ੍ਹਾਂ ਹੀ ਡਾਂਗ ਮਾਰੀ ਜਾ ਰਹੀ ਹੈ, ਸੋਟਾ ਮਾਰਿਆ ਜਾ ਰਿਹਾ ਵਾ ਅੰਬ ਝਾੜਨ ਵਾਸਤੇ। ਦੂਜੇ ਨੂੰ ਕਹਿੰਦੇ ਤੈਨੂੰ ਕੀ ਦਿਖਿਆ? ਕਹਿੰਦਾ ਜੀ ਮੈਨੂੰ ਤੇ ਅੱਤ ਦਰਜੇ ਦੀ ਨਿਮਰਤਾ ਦਿਖੀ ਆ। ਇਹ ਡਾਂਗਾ ਖਾ ਕੇ ਵੀ ਏਡੇ ਮਿੱਠੇ ਅੰਬ ਦਿੰਦਾ, ਸਾਲ ਦਿੰਦਾ। ਹੁਣ ਦੱਸੋ ਫਰਕ ਕੀ ਆ ਦੋਵਾਂ 'ਚ? ਉਹੋ ਹੀ ਡੰਡਾ ਵਾ, ਉਹੋ ਹੀ ਅੰਬਾਂ ਦਾ ਦਰਖਤ ਆ, ਉਹੋ ਹੀ ਮਾਰਨ ਵਾਲਾ, ਪਰ ਵੇਖਣ ਦਾ ਨਜ਼ਰੀਆ ਵਾ। ਤਾਂ ਮਹਾਰਾਜ ਕਹਿੰਦੇ ਤੂੰ ਦੁੱਖ ਨੂੰ ਦੁੱਖ ਕਰਕੇ ਕਿਉਂ ਵੇਖਦਾ? ਸਤਿਗੁਰੂ ਕਹਿੰਦੇ ਤੂੰ ਦੁੱਖ ਨੂੰ ਦਵਾਈ ਕਰਕੇ ਦੇਖ। ਆਪਾਂ ਰੋਜ਼ ਪੜ੍ਹਦੇ ਆਂ ਦੁੱਖ ਦਾਰੂ ਸੁੱਖ ਰੋਗ ਪਿਆ, ਇਹ ਉਲਟ ਗੱਲ ਹੋ ਗਈ ਨਾ ਜੀ। ਸੁੱਖ ਨੂੰ ਬਿਮਾਰੀ ਕਰਕੇ ਦੇਖ ਤੇ ਦੁੱਖ ਨੂੰ ਤੂੰ ਦਵਾਈ ਕਰਕੇ ਦੇਖ। ਤਾਂ ਮਹਾਰਾਜ ਕਹਿੰਦੇ ਦੁੱਖ ਨੂੰ ਜਿਹੜੇ ਦੁੱਖ ਕਰਕੇ ਨਹੀਂ ਮੰਨਦੇ ਹਨ, ਔਰ ਸੁੱਖ ਦੇ ਨਾਲ ਜਿਹੜੇ ਸਨੇਹ ਨਹੀਂ ਕਰਦੇ, ਪ੍ਰੇਮ ਨਹੀਂ ਕਰਦੇ, ਮੋਹ ਨਹੀਂ ਕਰਦੇ, ਅਤੇ ਭੈ ਨਹੀਂ ਹੈ ਜਿਨ੍ਹਾਂ ਦੇ ਅੰਦਰ, ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋਂ ਡਰਨਾ। ਪਸ਼ੂ ਬਿਰਤੀ, ਇਹ ਪਸ਼ੂ ਬਿਰਤੀ ਆ ਨਾ ਜੀ, ਵੀ ਤਗੜੇ ਤੋਂ ਡਰ ਜਾਈਦਾ ਤੇ ਮਾੜੇ ਨੂੰ ਡਰਾ ਲਈਦਾ। ਪਸ਼ੂ ਇਦਾਂ ਹੀ ਕਰਦਾ। ਤੇ ਨੌਵੇਂ ਪਾਤਸ਼ਾਹ ਨੇ ਇਹ ਗੱਲ ਔਰੰਗਜ਼ੇਬ ਦੇ ਮੂੰਹ ਤੇ ਕਹੀ ਹੈ ਵੀ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਬੜਾ ਵਿਦਵਾਨ ਸਮਝਦਾ, ਪਰ ਹੈ ਪਸ਼ੂ ਬਿਰਤੀ। ਤੂੰ ਗਿਆਨੀ ਨਹੀਂ ਆ, ਤੂੰ ਪਸ਼ੂ ਆ। ਕਹਿੰਦਾ ਜੀ ਕਿਉਂ? ਮੇਰੀ ਸਭਾ ਤੇ ਇੰਨੇ 100 ਆਲਮ ਰਹਿੰਦੇ ਆ। ਕਹਿੰਦੇ ਤੇਰਾ ਸੁਭਾਅ ਆ ਤਗੜੇ ਤੋਂ ਡਰਨਾ ਤੇ ਮਾੜੇ ਨੂੰ ਡਰਾ ਲੈਣਾ। ਇਹ ਸੁਭਾਅ ਗਿਆਨੀਆਂ ਦਾ ਨਹੀਂ ਹੁੰਦਾ, ਬ੍ਰਹਮ ਗਿਆਨੀਆਂ ਦਾ ਨਹੀਂ ਹੁੰਦਾ, ਇਹ ਪਸ਼ੂ ਬਿਰਤੀ ਹੁੰਦੀ। ਤੇ ਗਿਆਨੀਆਂ ਦਾ ਸੁਭਾਅ ਕੀ ਹੁੰਦਾ? ਤਾਂ ਮਹਾਰਾਜ ਕਹਿੰਦੇ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਰ। ਤਾਂ ਜਿਨ੍ਹਾਂ ਦੇ ਅੰਦਰ ਭੈ ਨਹੀਂ ਤੇ ਜਿਨ੍ਹਾਂ ਦੀ ਨਿਗਾਹ ਦੇ ਵਿੱਚ ਸੋਨਾ ਤੇ ਮਿੱਟੀ ਇੱਕ ਬਰਾਬਰ ਹੀ ਹੈ, ਸੋਨੇ ਕਰਕੇ ਵੀ ਉਹਨਾਂ ਦੀ ਬਿਰਤੀ ਨਹੀਂ ਡੋਲਦੀ। ਆ ਸਾਡੇ ਕਥਾਵਾਚਕ ਨਾ, ਇੱਕ ਮੇਰਾ ਭਰਾ, ਤੁਸੀਂ ਦਸਵੰਧ ਕੱਢਿਆ ਕਰੋ ਜਿੰਨੇ ਬੈਠੇ ਆ, ਤੇ ਬਹੁਤ ਦਸਵੰਧ ਤੇ ਜ਼ੋਰ ਦੇਣਾ। ਉਹ ਫਿਰ ਕੁਦਰਤੀ ਉਹਦਾ ਵੀਜ਼ਾ ਲੱਗ ਗਿਆ ਕਿਤੇ ਅਮਰੀਕਾ ਦਾ, ਕੈਨੇਡਾ ਦਾ ਵੀਜ਼ਾ ਲੱਗ ਗਿਆ, ਅਮਰੀਕਾ ਕੈਨੇਡਾ ਦਾ। ਤੇ ਜਦੋਂ ਉੱਥੇ ਡਾਲਰਾਂ ਦਾ ਮੀਂਹ ਵਰਿਆ ਨਾ, ਫਿਰ ਤੇ ਇੱਧਰ ਉਹ $1 70-75 ਬਣਦਾ ਸੀ, ਤੇ ਜਦੋਂ ਟੋਟਲ ਕਰਕੇ ਵੇਖਿਆ ਵੀ 10-12 ਲੱਖ ਰੁਪਈਆ ਬਣ ਗਿਆ। ਤੇ ਮੇਰੇ ਵਰਗੇ ਨੇ ਕਿਸੇ ਨੇ ਪੁੱਛ ਲਿਆ ਫਿਰ ਦਸਵੰਧ ਕੱਢਣਾ ਆਪਾਂ? ਕਹਿੰਦਾ ਨਹੀਂ, ਕਿਤੇ ਲਿਖਿਆ ਤੇ ਹੈ ਨਹੀਂ ਆ, ਉਦਾਂ ਕਹਿੰਦੇ ਆ ਵੀ ਦਸਵੰਧ ਕੱਢਣਾ ਚਾਹੀਦਾ। ਜਿੰਨਾ ਚਿਰ ਇੱਥੇ ਹਿੰਦੁਸਤਾਨ ਵਾਲੇ ਰੁਪਈਏ ਚੜ੍ਹਦੇ ਸੀ, ਰੋਜ਼ ਕਥਾ 'ਚ ਕਹਿਣਾ ਵੀ ਦਸਵੰਧ ਕੱਢਿਆ ਕਰੋ। ਤੇ ਜਦੋਂ ਡਾਲਰਾਂ ਦੀ ਹਨੇਰੀ ਆਈ ਤੇ ਮਾਇਆ ਦੀ ਝੱਲ ਫਿਰ ਨਹੀਂ ਚੱਲੀ ਗਈ। ਤਾਂ ਜਿਹੜਾ ਸੋਨਾ ਵਾ, ਕੰਚਨ, ਇਹ ਮਨ ਨੂੰ ਬੇਈਮਾਨ ਕਰਦਾ ਹੈ। ਤਾਂ ਜਿਹਦੇ ਉੱਤੇ ਮਾਇਆ ਦਾ ਅਸਰ ਨਹੀਂ, ਜਿਹਦੀ ਨਿਗਾਹ 'ਚ ਮਿੱਟੀ ਦਾ ਵੀ ਉਹੀ ਮੁੱਲ ਹੈ ਤੇ ਸੋਨੇ ਦਾ ਵੀ ਉਹੀ ਮੁੱਲ ਹੈ, ਐਸਾ ਮਹਾਂਪੁਰਸ਼, ਐਸਾ ਗੁਰੂ ਕਾ ਸਿੱਖ ਜਿਹਦੀ ਬਿਰਤੀ ਇਸ ਤਰ੍ਹਾਂ ਦੀ ਰਹਿੰਦੀ ਹੈ, ਤਾਂ ਸਤਿਗੁਰੂ ਫਰਮਾਉਂਦੇ ਹਨ ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਦਵੰਦ ਹੈ ਜੀ, ਦੋ ਦਵੰਦ ਕਹਿੰਦੇ ਜੋੜੇ ਨੂੰ। ਤੇ ਇਹਦਾ ਇੱਕ ਹੋਰ ਨਾਮ ਵੀ ਗੁਰਬਾਣੀ 'ਚ ਆਉਂਦਾ, ਦਵੈਤ।
ਇਹਦਾ ਇੱਕ ਸੌਖਾ ਜਿਹਾ ਨਾਮ ਹੋਰ ਵੀ ਆਉਂਦਾ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਦੁਬਦਾ, ਇਹ ਦੋ ਚੀਜ਼ਾਂ ਚੱਲਦੀਆਂ ਦੁਨੀਆ, ਸੁੱਖ ਦੁੱਖ, ਸੋਨਾ ਮਿੱਟੀ, ਖੁਸ਼ੀ ਗਮੀ, ਨਿੰਦਿਆ ਉਸਤਤ। ਜਿਹੜਾ ਦੋਵਾਂ ਨੂੰ ਹੀ ਟੱਪ ਗਿਆ, ਮਹਾਰਾਜ ਫਰਮਾਉਂਦੇ ਹਨ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਮਾਨਾ। ਰਹਾਉ ਦਾ ਭਾਵ ਆ ਬੀਜਣਾ, ਜੋ ਸੁਣਿਆ ਉਹਨੂੰ ਬੀਜਣਾ ਚਾਹੀਦਾ ਹੈ, ਉਹ ਤੇ ਅਸਰ ਕਰਨਾ ਚਾਹੀਦਾ ਹੈ। ਜਿਹਦੀ ਬਿਰਤੀ ਉੱਤੇ ਨਿੰਦਿਆ ਦਾ ਕੋਈ ਅਸਰ ਨਹੀਂ, ਉਸਤਤ ਜਿਹਨੂੰ ਕੋਈ ਬਿਰਤੀ ਦੇ ਵਿੱਚ ਵਿਗਾੜ ਨਹੀਂ ਪੈਦਾ ਕਰਦੀ, ਔਰ ਜਿਹਨੂੰ ਕਿਸੇ ਤਰ੍ਹਾਂ ਦਾ ਲੋਭ ਨਹੀਂ, ਮੋਹ ਨਹੀਂ, ਕਿਸੇ ਚੀਜ਼ ਦਾ ਅਭਿਮਾਨ ਨਹੀਂ, ਹੰਕਾਰ ਨਹੀਂ ਹੈ। ਹਰ ਕੋ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਕਿਸੇ ਵਸਤੂ ਦੀ ਪ੍ਰਾਪਤੀ ਕਰਕੇ ਉਹਨੂੰ ਹਰਖ ਨਹੀਂ ਹੁੰਦਾ, ਕਿਉਂਕਿ ਜਦੋਂ ਸਾਡੇ ਘਰ ਕਿਸੇ ਵਸਤੂ ਦੀ ਪ੍ਰਾਪਤੀ ਹੁੰਦੀ, ਉਦੋਂ ਵੀ ਅਸੀਂ ਮਰਿਆਦਾ ਛੱਡਦੇ ਹਾਂ। ਫਿਰ ਮੁੰਡਾ ਜੰਮਿਆ ਤੇ ਸ਼ਰਾਬਾਂ ਪੀਤੀਆਂ, ਏਡਾ ਹਰਖ। ਅੱਛਾ, ਜਦੋਂ ਕੋਈ ਵਸਤੂ ਜਾਂਦੀ ਹੈ ਉਦੋਂ ਵੀ ਅਸੀਂ ਮਰਿਆਦਾ ਛੱਡ ਦਿੰਦੇ ਹਾਂ। ਸੋਗ, ਮਹਾਰਾਜ ਕਹਿੰਦੇ ਕਿਸੇ ਵਸਤੂ ਦੇ ਆਉਣ ਦਾ ਹਰਖ ਨਾ ਕਰ ਤੇ ਜਾਣ ਦਾ ਸੋਗ ਨਾ ਕਰ। ਉਹ ਭੰਗੜੇ ਪਾਏ ਨਾ ਜਦੋਂ ਜੰਮਿਆ, ਜਦੋਂ ਵਿਆਹ ਹੋਇਆ ਤੇ ਸਾਰਾ ਪਿੰਡ ਨਾ ਫਿਰ ਸੌਣ ਦਿੱਤਾ, ਤੇ ਜਦੋਂ ਕਿਸੇ ਦੀ ਮੌਤ ਹੋਈ ਹੱਥ ਹੋਈ ਆ, ਔਰ ਅੱਜ ਭੰਗੜੇ ਨਹੀਂ ਪਏ, ਅੱਜ ਫੇਰ ਤਾਂ ਨੂੰ ਗਏ ਆ, ਹੁਣ ਸਿਰ ਪਿੱਟਦੇ ਆ, ਹੁਣ ਛਾਤੀ ਪਿੱਟਦੇ ਆ, ਹੁਣ ਪੱਟਾਂ ਤੇ ਵੱਜਦੇ ਆ। ਤਾਂ ਇਹ ਹਰਖ ਤੇ ਸੋਗ ਕਿਸੇ ਵਸਤੂ ਦੇ ਆਉਣ ਕਰਕੇ ਮਰਿਆਦਾ ਤੋਂ ਬਾਹਰ। ਕੋਈ ਪਦਵੀ ਮਿਲੀ ਤੇ ਏਡਾ ਖੁਸ਼ ਹੋ ਗਿਆ, ਰੱਬ ਨੂੰ ਸਮਝਦਾ ਹੀ ਕੁਝ ਨਹੀਂ, ਤੇ ਜਦੋਂ ਚਲੇ ਗਈ ਤੇ ਏਡਾ ਦੁਖੀ ਹੋ ਗਿਆ। ਮਹਾਰਾਜ ਕਹਿੰਦੇ ਇਹ ਸਿੱਖ ਨਹੀਂ। ਸਿੱਖ ਵਾਸਤੇ ਨਾ ਸੌਖੀ ਆ ਨਾ ਦੁਖੀ ਆ, ਸਿੱਖ ਵਾਸਤੇ ਤੇ ਸਿਰਫ ਹੁਕਮ ਹੀ ਆ। ਇਹ ਦੇਖੋ ਵੱਖਰੀ ਗੱਲ ਆ ਜੀ। ਦੁਨੀਆ ਵਾਸਤੇ ਕੀ ਆ ਸੁੱਖ ਤੇ ਦੁੱਖ, ਸਿੱਖ ਵਾਸਤੇ ਨਾ ਸੌਖੀ ਆ ਨਾ ਦੁਖੀ ਆ, ਸਿਰਫ ਹੁਕਮ ਹੀ ਆ ਸਭ ਕੁਝ। ਨਾ ਸੌਖਾ ਨਾ ਦੁੱਖਾ, ਇਹ ਮੇਰੇ ਸਤਿਗੁਰੂ ਦਾ ਹੁਕਮ ਆ। ਤਾਂ ਨਾ ਉਹਨੂੰ ਹਰਖ ਨਾ ਸੋਗ। ਤਾਂ ਗਰੀਬ ਨਵਾਜ਼ ਕਹਿੰਦੇ ਨੇ ਇਹਨਾਂ ਤੋਂ ਨਿਆਰਾ ਰਹਿੰਦਾ ਹੈ, ਤੇ ਨਾ ਹੀ ਉਹਦੀ ਬਿਰਤੀ ਅੰਦਰ, ਸੁਰਤੀ ਅੰਦਰ, ਮਨ ਅੰਦਰ ਮਾਣ ਦਾ ਕੋਈ ਅਸਰ, ਨਾ ਹੀ ਅਪਮਾਨ ਦਾ ਜਿਹਦੀ ਬਿਰਤੀ ਉੱਤੇ ਅਸਰ ਪੈਂਦਾ ਹੈ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਜਿਨੇ ਆਪਣੀ ਮਨਸਾ ਬੁੱਧੀ ਦੇ ਵਿੱਚੋਂ ਪਦਾਰਥਾਂ ਦੀ ਆਸਾ ਵੀ ਛੱਡ ਦਿੱਤੀ, ਕਿ ਜੋ ਵਾਹਿਗੁਰੂ ਨੇ ਦੇਣਾ ਹੈ ਉਹ ਦੇਣਾ ਹੀ, ਜੋ ਕਿਛ ਪਾਇਆ ਸੋ ਏਕਾ ਵਾਰ। ਜਿਹੜਾ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਆ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਮੇਰੀ ਮੱਤ ਛੋਟੀ ਹੈ, ਤੁਸੀਂ ਮੈਨੂੰ ਬਹੁਤ ਵੱਡੀ ਚੀਜ਼ ਦੇਣ ਨੂੰ ਫਿਰਦੇ ਹੋ, ਤੇ ਮੈਂ ਤੁਹਾਡੇ ਤੋਂ ਜਿਵੇਂ ਕੋਈ ਰਾਜੇ ਕੋਲੇ ਜਾਵੇ ਤੇ ਮੰਗ ਲੇ ਤੂੜੀ ਦੀਆਂ ਪੰਡਾਂ, ਰਾਜਾ ਵੀ ਸੋਚੂਗਾ ਵੀ ਇਹ ਮੇਰੀ ਬੇਇੱਜ਼ਤੀ ਕਰਦਾ ਪਿਆ, ਮੇਰੇ ਤੋਂ ਹੀ ਤੂੜੀ ਦੀਆਂ ਪੰਡਾਂ ਮੰਗਣੀਆਂ ਸੀ। ਤਾਂ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਹੁਕਮ ਦੇ ਵਿੱਚ ਆ ਜਾਂਦਾ ਹੈ, ਜਿਨੇ ਮਨਸਾ ਦਾ ਇੱਥੇ ਅਰਥ ਆ ਮਤ ਬੁੱਧੀ, ਬੁੱਧੀ ਦੇ ਵਿੱਚੋਂ ਆਸਾ ਛੱਡ ਦਿੱਤੀ, ਪਦਾਰਥਾਂ ਦੀ ਇੱਛਾ ਛੱਡ ਦਿੱਤੀ ਹੈ। ਜੋ ਮਿਲ ਗਿਆ ਠੀਕ ਹੈ, ਨਹੀਂ ਮਿਲਿਆ ਤੇ ਕੋਈ ਏਡੀ ਟੈਨਸ਼ਨ ਵਾਲੀ ਗੱਲ ਨਹੀਂ ਹੈ, ਕੋਈ ਚਿੰਤਾ ਨਹੀਂ ਹੈ, ਤਾਂ ਵੀ ਠੀਕ। ਜਿਹੜਾ ਹੁਕਮ ਦੇ ਵਿੱਚ ਰਹਿੰਦਾ, ਤੜਫਦਾ ਨਹੀਂ। ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ ਤੇ ਐਸ ਤੁਕ ਦਾ ਅਰਥ ਆਪਾਂ ਕੀ ਕਰਦੇ ਆ, ਸਤਿਗੁਰ ਰਹਿਆ ਭਰਪੂਰੇ। ਇਹਦਾ ਅਰਥ ਕੀ ਕਰਦੇ ਆਪਾਂ? ਇਹਦਾ ਅਰਥ ਆਪਾਂ ਇਹ ਕਰਦੇ ਨਾ, ਸਤਿਗੁਰੂ ਹਰ ਥਾਂ ਤੇ ਆ। ਪਰ ਬ੍ਰਹਮ ਗਿਆਨੀ ਇਹਦਾ ਅਰਥ ਇਹ ਨਹੀਂ ਕਰਦੇ। ਉਹ ਕਹਿੰਦੇ ਜਿਹੜੇ ਸਤ ਗੁਰ ਚੇਤਨ ਆਤਮਾ ਵਾ ਨਾ, ਉਹ ਭਰਪੂਰ ਆ, ਉਹਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਆ। ਉਹ ਇਸ ਤਰ੍ਹਾਂ ਅਰਥ ਕਰਦੇ। ਕਿੰਨਾ ਫਰਕ ਪੈ ਗਿਆ ਜੀ। ਤੁਕ ਉਹੀ ਆ, ਪਰ ਸਟੇਜ ਦੇ ਮੁਤਾਬਕ ਅਰਥ ਬਦਲ ਜਾਂਦਾ ਹੈ। ਜਿਵੇਂ ਮਹਾਨ ਸਿਕੰਦਰ ਵੇਲੇ ਇੱਕ ਸਾਧ ਸੀ ਨਾ, ਨਦੀ ਦੇ ਕਿਨਾਰੇ ਰੇਤਾ ਉੱਤੇ ਲੰਮਾ ਪਿਆ, ਧੁੱਪ ਸੇਕੇ, ਤੇ ਸਿਕੰਦਰ ਸੜ ਗਿਆ ਵੇਖ ਕੇ ਸਾਧ। ਉਹ ਕਹਿੰਦਾ ਏਡਾ ਸੁੱਖ ਮੈਨੂੰ ਸੋਨੇ ਦੇ ਸਿੰਘਾਸਨ ਤੇ ਨਹੀਂ ਮਿਲ ਰਿਹਾ,
ਏਡੀ ਬੇਪਰਵਾਹੀ। ਉਹ ਅੱਗਿਓਂ ਕਹਿਣ ਲੱਗਾ ਤੂੰ ਲੈਣਾ ਵਾ? ਨਹੀਂ, ਕਹਿੰਦਾ ਅਗਲੇ ਜਨਮ 'ਚ ਸੋਚਾਂਗੇ। ਜੇ ਰੱਬ ਨੇ ਮੈਨੂੰ ਅਗਲਾ ਜਨਮ ਦਿੱਤਾ ਤੇ ਮੈਂ ਮਹਾਰਾਜ ਨੂੰ ਅਰਦਾਸ ਕਰਦਾ ਕਿ ਮੈਨੂੰ ਫਕੀਰ ਬਣਾ। ਇਹ ਸਿਕੰਦਰ ਦੀ ਅਰਦਾਸ ਆ ਜੀ। ਸਿਕੰਦਰ ਸਾਰੀ ਦੁਨੀਆ ਤੋਂ ਕਿਸੇ ਤੋਂ ਨਹੀਂ ਚਿੜਿਆ, ਕਿਸੇ ਨਾਲ ਈਰਖਾ ਨਹੀਂ ਕੀਤੀ, ਵੱਡਾ ਹੀ ਏਡਾ ਸੀ। ਔਰ ਇੱਕ ਸੰਤ ਦਾ ਸੁਖ ਵੇਖ ਕੇ ਈਰਖਾ ਪੈਦਾ ਹੋ ਗਈ ਕਿ ਇਹਦੇ ਕੋਲੇ ਹੈ ਵੀ ਕੁਝ ਨਹੀਂ ਤੇ ਏਡਾ ਸੁਖ, ਤੇ ਮੇਰੇ ਕੋਲੇ ਸਭ ਕੁਝ ਹੈ ਤੇ ਫਿਰ ਵੀ ਟੈਨਸ਼ਨ, ਫਿਰ ਵੀ ਦੁਖੀ। ਤਾਂ ਸੰਤ ਕਹਿਣ ਲੱਗਾ ਮੇਰੇ ਤੋਂ ਤਰੀਕਾ ਵਾ, ਮੈਂ ਤੈਨੂੰ ਹੁਣੇ ਇਹ ਸੁਖ ਦੇ ਸਕਦਾ। ਕਹਿੰਦਾ ਕਿਵੇਂ? ਕਹਿੰਦਾ ਰੇਤ ਦਾ ਕਿਨਾਰਾ ਬਹੁਤ ਲੰਮਾ ਵਾ, ਜਿੱਥੇ ਮਰਜੀ ਤੂੰ ਲੰਮਾ ਪੈ ਜਾ। ਪਰ ਗੱਲ ਉਹ ਹੋ ਗਈ ਨਾ। ਕਹਿੰਦਾ ਨਹੀਂ ਜੀ ਹੁਣ ਨਹੀਂ, ਅਗਲੇ ਜਨਮ 'ਚ ਵੇਖਾਂਗੇ। ਆਪਾਂ ਵੀ ਇਦਾਂ ਕਹਿੰਦੇ ਨਹੀਂ, ਐਰਕੀ ਅੰਮ੍ਰਿਤ ਨਹੀਂ ਛਕਣਾ, ਅਗਲੇ ਸਾਲ ਛਕਾਂਗੇ। ਮਹਾਰਾਜ ਕਹਿੰਦੇ ਇੱਥੇ ਤੇ ਹੁਣੇ ਹੀ ਮਿਲੇਗਾ, ਔਰ ਗੱਲ ਤੇਰੇ ਫੈਸਲੇ ਤੇ ਖਲੋਤੀ ਹੋਈ। ਉਹ ਸੰਤ ਬੜਾ ਪ੍ਰਸਿੱਧ ਹੋਇਆ ਜੀ। ਸਿਕੰਦਰ ਕਹਿੰਦਾ ਮੈਨੂੰ ਕੋਈ ਸੇਵਾ ਦੱਸ। ਕਹਿੰਦਾ ਸੇਵਾ? ਸਿਕੰਦਰ ਦਾ ਇਰਾਦਾ ਵੀ ਜ਼ਮੀਨ ਮੰਗੇਗਾ, ਮਹਿਲ ਮੰਗੇਗਾ। ਕਹਿੰਦਾ ਮਾੜਾ ਜਿਹਾ ਪਾਸੇ ਹੋ, ਜਿਹੜੀ ਧੁੱਪ ਆਉਂਦੀ ਨਾ ਉਹਦੇ ਵਿੱਚ ਆਣ ਕੇ ਖਲੋ ਗਿਆ। ਹੈਰਾਨ ਰਹਿ ਗਏ। ਹੁਣ ਦੇਖੋ ਅਰਥ ਕੀ ਹੋਇਆ। 7 ਗੁਰ ਰਹਿਆ ਭਰਪੂਰੇ। ਜਿਹੜੇ 7 ਗੁਰ ਚੇਤਨ ਆਤਮਾਵਾਂ, ਪਰਮਾਤਮਾ ਵਾ ਜਿਹਦੇ ਅੰਦਰ, ਉਹ ਭਰਪੂਰ ਰਹਿੰਦਾ। ਉਹਨੂੰ ਤੇਰੇ ਕਿਸੇ ਚੀਜ਼ ਦੀ ਲੋੜ ਨਹੀਂ। ਉਹ ਨਹੀਂ ਮੰਗਤਾ ਤੇਰੇ ਕਿਸੇ ਵਸਤੂ ਦਾ। ਉਹ ਤਾਂ ਬੇਪਰਵਾਹ, ਸਦਾ ਰੰਗ ਹਰ ਕੇ ਜਾਕੋ ਪਾਕ ਸਵਮ। ਅੱਛਾ, ਅਮੀਰ ਘਰ ਦਾ ਸੀ ਜੀ, ਬਹੁਤ ਗੁਲਾਮ ਹੁੰਦੇ ਸੀ। ਹੁਣ ਸਾਰੀ ਉਮਰ ਹੱਥੀਂ ਕੁਝ ਕੀਤਾ ਨਹੀਂ ਸੀ ਫਕੀਰ ਨੇ। ਇੱਕ ਗੁਲਾਮ ਰੱਖ ਲਿਆ, ਬਾਕੀ ਸਾਰੇ ਛੱਡ ਦਿੱਤੇ। ਵੀ ਤੂੰ ਮੇਰਾ ਬਿਸਤਰਾ ਲਾ ਦਿਆ ਕਰੀ, ਮੈਂ ਸੌਂ ਜਿਆ ਕਰੂੰਗਾ। ਤੂੰ ਮੈਨੂੰ ਨਵਾ ਦਿਆ ਕਰੀ, ਮੈਂ ਨਹਾ ਲਿਆ ਕਰੂੰਗਾ। ਤੂੰ ਮੈਨੂੰ ਖਵਾ ਦਿਆ ਕਰੀ, ਮੈਂ ਖਾ ਲਿਆ ਕਰੂੰਗਾ। ਹੁਣ ਜਦੋਂ ਉਸ ਗੁਲਾਮ ਨੇ ਦੇਖਿਆ ਇਹਦੇ ਪੱਲੇ ਤੇ ਕੁਝ ਵੀ ਨਹੀਂ ਰਹਿ ਗਿਆ, ਸਭ ਕੁਝ ਵੰਡਤਾ ਇਹਨੇ, ਉਹ ਵੀ ਭੱਜ ਗਿਆ। ਫਿਰ ਜਦੋਂ ਭੱਜ ਗਿਆ, ਨਾਲ ਦੇ ਫਕੀਰਾਂ ਨੇ ਆਖਿਆ ਵੀ ਗੁਲਾਮ ਉਸ ਟਾਈਮ ਭੱਜਣਾ ਕਾਨੂੰਨੀ ਜੁਰਮ ਆ, ਕਾਰਵਾਈ ਕਰੀਏ, ਨਾਲੇ ਤੇ ਤੇਰੀ ਸਿਕੰਦਰ ਵੀ ਮੰਨਦਾ ਵਾ। ਕਹਿੰਦਾ ਨਹੀਂ, ਮੈਨੂੰ ਤੇ ਇੱਕ ਉਹਨੇ ਬਹੁਤ ਵੱਡੀ ਸਿੱਖਿਆ ਦਿੱਤੀ। ਕਹਿੰਦੇ ਕੀ? ਕਹਿੰਦਾ ਮੈਂ ਸਮਝਦਾ ਰਿਹਾ ਵੀ ਉਹ ਮੇਰਾ ਨੌਕਰ ਆ। ਅੱਜ ਜਦੋਂ ਉਹ ਭੱਜਿਆ ਨਾ, ਹੁਣ ਪਤਾ ਲੱਗਾ ਵੀ ਸਾਰੀ ਉਮਰ ਮੈਂ ਉਹਦਾ ਨੌਕਰ ਸੀ। ਕਹਿੰਦੇ ਕਿਵੇਂ? ਕਹਿੰਦੇ ਉਹ ਬਿਸਤਰਾ ਵਿਛਾਵੇ ਤੇ ਮੈਂ ਸੌਵਾਂ, ਉਡੀਕਦਾ ਰਵਾਂ। ਉਹ ਰੋਟੀ ਲਿਆਵੇ ਤੇ ਮੈਂ ਖਾਵਾਂ, ਉਹ ਨਵਾਵੇ ਤੇ ਮੈਂ ਨਹਾਵਾਂ। ਅੱਜ ਉਹਦੇ ਜਾਣ ਤੋਂ ਬਾਅਦ ਪਤਾ ਲੱਗਾ ਨੌਕਰ ਉਹ ਨਹੀਂ, ਨੌਕਰ ਮੈਂ ਆ ਉਹਦਾ। ਜਿਹਦੇ ਮਨ ਦੇ ਵਿੱਚ ਪਦਾਰਥਾਂ ਦੀ ਇੱਛਾ ਬਣੀ ਰਹੇਗੀ, ਉਹ ਸਦਾ ਵਾਸਤੇ ਦੁਨੀਆ ਦੇ ਪਦਾਰਥਾਂ ਦਾ ਨੌਕਰ ਬਣਿਆ ਰਹੇਗਾ। ਇਹੀ ਭੁਲੇਖਾ ਹੈ। ਅਸੀਂ ਸਮਝਦੇ ਹਾਂ ਕਿ ਸਾਡਾ ਨੌਕਰ, ਪਰ ਜਦੋਂ ਡੁੰਗਿਆਈ ਵਿੱਚ ਜਾਵੋਗੇ ਤੇ ਪਤਾ ਲੱਗੇਗਾ ਨੌਕਰ ਉਹ ਨਹੀਂ, ਅਸੀਂ ਉਹਦੇ ਨੌਕਰ ਆ। ਅਸੀਂ ਉਹਦਾ ਪਹਿਰਾ ਦੇ ਰਹੇ ਰਾਤ ਦਿਨ 24 ਘੰਟੇ। ਹੁਣ ਦੇਖੋ ਕਿੱਡਾ ਅਰਥ ਬਦਲ ਗਿਆ। ਤਾਂ ਸਿਕੰਦਰ ਕਹਿੰਦਾ ਸੇਵਾ, ਕਹਿੰਦਾ ਸੇਵਾ ਇੰਨੀ ਆ ਕਿ ਸਿਆਲਾਂ ਦੀ ਰੁੱਤ ਆ, ਧੁੱਪ ਬੜੀ ਮਿੱਠੀ ਲੱਗਦੀ। ਹੋਹਾਂ ਪਾਸੇ ਮਾੜਾ ਜਿਹਾ ਵਿੱਚ ਆਣ ਕੇ ਖਲੋ ਗਿਆ, ਧੁੱਪ ਆਉਣ ਦੇ, ਇਹ ਸੇਵਾ ਕਰ। ਤਾਂ ਸੰਤ ਕੌਣ ਆ? ਬ੍ਰਹਮ ਗਿਆਨੀ ਕੌਣ ਆ? ਜਿਹਨੂੰ ਕਿਸੇ ਪਦਾਰਥ ਦੀ ਇੱਛਾ ਨਹੀਂ, ਜਿਹੜਾ 7 ਗੁਰ ਆਤਮ ਸਰੂਪ ਦੇ ਵਿੱਚ ਭਰਪੂਰ ਰਹਿੰਦਾ ਹੈ। ਤਾਂ ਮਹਾਰਾਜ ਕਹਿੰਦੇ ਜਿਨੇ ਆਪਣੀ ਬੁੱਧੀ ਵਿੱਚੋਂ ਆਸਾ ਛੱਡ ਦਿੱਤੀ ਪਦਾਰਥਾਂ ਦੀ, ਤੇ ਜਗਤ ਤੋਂ ਨਿਰਾਸ਼ ਰਹਿੰਦਾ ਹੈ, ਮੋਹ ਨਹੀਂ ਕਰਦਾ, ਉਪਰਾਮ ਰਹਿੰਦਾ ਹੈ, ਕਿਸੇ ਵੱਲ ਵੇਖਦਾ ਨਹੀਂ, ਹੱਥ ਨਹੀਂ ਅੜਦਾ ਕਿਸੇ ਸਾਹਮਣੇ। ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤੇਹ ਘਟ ਬ੍ਰਹਮ ਨਿਵਾਸਾ। ਔਰ ਜਿਹਨੂੰ ਕਾਮ ਪੈਦਾ ਨਹੀਂ ਹੁੰਦਾ, ਕ੍ਰੋਧ ਪੈਦਾ ਨਹੀਂ ਹੁੰਦਾ, ਇਹ ਬੜੀ ਵੱਡੀ ਗੱਲ ਹੈ ਜੀ। ਬ੍ਰਹਮ ਗਿਆਨੀ ਕਹਿਣਾ ਬੜਾ ਸੌਖਾ ਹੈ, ਪਰ ਵਕਾਰ ਵੱਡਿਆਂ ਵੱਡਿਆਂ ਨੂੰ ਘੇਰ ਲੈਂਦੇ ਤੇ
ਇਹ ਸਿਰਫ ਗੁਰੂ ਕਿਰਪਾ ਕਰੇ ਤੇ ਬਖਸ਼ਿਸ਼ ਹੁੰਦੀ, ਨਹੀਂ ਤੇ ਨਹੀਂ ਹੁੰਦੀ। ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਸਾਡੇ ਦੋ ਦਿਮਾਗ ਨੇ ਨਾ, ਅਵਚੇਤਨ ਤੇ ਚੇਤਨ। ਜਿੰਨੀ ਸਾਡੀ ਪੜ੍ਹਾਈ ਹੈ, ਗਿਆਨ, ਧਿਆਨ, ਇਹ ਚੇਤਨ ਮਨ ਚ ਹੈ। ਪਰ ਕਾਮ ਕ੍ਰੋਧ ਕਿੱਥੇ ਬੈਠਾ? ਅਵਚੇਤਨ ਚ, ਅਨਕੌਂਸ਼ੀਅਸ, ਜਿਹਨੂੰ ਮਾਰੇ ਕਹਿੰਦੇ ਕਾਮ ਕ੍ਰੋਧ ਕਾ ਚੋਲੜਾ ਸਭ ਗੱਲ ਪਹਿ ਰਿਹਾ ਹੈ। ਹਰ ਬੰਦੇ ਚ ਕਾਮ ਆ, ਹਰ ਬੰਦੇ ਚ ਕ੍ਰੋਧ ਹੈ। ਕੋਈ ਫਕੀਰ ਸੀ, ਦਰਿਆ ਦੇ ਵਿਚਕਾਰ ਬੈਠਾ ਤਪ ਕਰੇ, ਬੇੜੀ ਆਈ, ਟਕਰਾਈ, ਬਸ ਬੋਲਣ ਲੱਗ ਪਿਆ ਵਾਹ ਦਾ। ਜਦੋਂ ਧਿਆਨ ਮਾਰਿਆ ਵੀ ਕਿਹਦੇ ਗੱਲ ਪੈ ਰਿਹਾ, ਬੇੜੀ ਤੇ ਹਵਾ ਨਾਲ ਹੀ ਆਣ ਕੇ ਟਕਰਾ ਗਈ ਹੈ, ਤੇ ਗੱਲ ਕਿਹਦੇ ਪੈ ਰਿਹਾ? ਤਾਂ ਇੱਕ ਸਿੱਖਿਆ ਮਿਲ ਗਈ ਵੀ ਖਾਲੀ ਆ। ਜਿੱਥੇ ਕਾਮ ਹੋਵੇ ਇੱਕ ਸਿੱਖਿਆ ਵਾ ਕਿ ਇਹ ਅਜੇ ਖਾਲੀ ਆ। ਜਿੱਥੇ ਕ੍ਰੋਧ ਹੋਵੇ ਇਹ ਇੱਕ ਸਿੱਖਿਆ ਮਿਲ ਗਈ ਵੀ ਇਹ ਅਜੇ ਖਾਲੀ ਹੈ। ਹੁਣ ਗੁਰੂ ਦੀ ਬਖਸ਼ਿਸ਼ ਕਿਉਂ ਵੱਡੀ ਹੈ? ਕਿਉਂਕਿ ਕਾਮ ਕ੍ਰੋਧ ਪੜਿਆ ਨਹੀਂ ਨਿਕਲਦਾ, ਇਹ ਗੁਰੂ ਕਿਰਪਾ ਕਰੇ ਤੇ ਨਿਕਲਦਾ ਹੈ। ਇਸੇ ਕਰਕੇ ਕਿਹਾ ਵੀ ਤੇਰਾ ਜਿੰਨਾ ਗਿਆਨ, ਜਿੰਨਾ ਧਿਆਨ, ਇਹ ਦਿਮਾਗ ਦੇ ਸਿਰਫ ਇੱਕ ਹਿੱਸੇ 'ਚ ਆ ਸੱਜਣਾ, ਅਨਕੌਂਸ਼ੀਅਸ ਮਾਈਂਡ, ਉਹਦੇ ਵਿੱਚ ਵਕਾਰ ਬੈਠਾ, ਉਹਨੂੰ ਗੁਰੂ ਕੱਢੇਗਾ ਤੇ ਨਿਕਲੇਗਾ, ਨਹੀਂ ਤੇ ਨਹੀਂ ਨਿਕਲੇਗਾ। ਤੇ ਉੱਥੇ ਮੇਰੇ ਸਤਿਗੁਰਾਂ ਨੇ ਫਿਰ ਇਹ ਸ਼ਬਦ ਵੀ ਉਚਾਰਿਆ, ਗੁਰੂ ਦੀ ਮਹਿਮਾ ਦਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਇਹ ਚੀਜ਼ ਸਿਰਫ ਮਹਾਰਾਜ ਨੇ ਆਪਣੇ ਹੱਥ 'ਚ ਰੱਖੀ। ਤਾਂ ਗਰੀਬ ਨਵਾਜ ਕਹਿੰਦੇ ਜਿਹਨੂੰ ਕਾਮ ਕ੍ਰੋਧ ਪਾਉਂਦੇ ਨਹੀਂ, ਉਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਸਾਖਸ਼ਾਤ ਨਿਵਾਸ ਰਹਿੰਦਾ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਪਰ ਇਹ ਉਦੋਂ ਹੁੰਦਾ ਜਦੋਂ ਗੁਰੂ ਕਿਰਪਾ ਕਰਦਾ ਹੈ। ਇਹ ਸਤਿਗੁਰੂ ਦੀ ਬਖਸ਼ਿਸ਼ ਹੈ। ਸੇਵਾ ਤੇ ਸਿਮਰਨ ਇਹ ਜੇ ਤੇ ਹੁਣ ਲੋਕਾਂ ਦੀਆਂ, ਦੁਨੀਆ ਦੀਆਂ, ਫਿਰ ਤੇ ਖਰੀਦ ਲੋ ਕਿਤੇ ਜਾ ਕੇ। ਪਰ ਇਹ ਵਾਹਿਗੁਰੂ ਦੀਆਂ ਨੇ। ਇਸ ਕਰਕੇ ਗੁਰੂ ਜੀ ਦੇ ਤੇ ਕਿਰਪਾ ਕਰੇ, ਸਤਿਗੁਰੂ ਜੀ ਦੇ ਤੇ ਬਖਸ਼ਿਸ਼ ਕਰਨ, ਉਹ ਫਿਰ ਨਾਮ ਜਪਦਾ ਹੈ, ਉਹ ਸੇਵਾ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ। ਕਈ ਵਾਰੀ ਮਨ ਦੇ ਵਿੱਚ ਆਉਂਦਾ ਹੋਊਗਾ, 1 ਮਿੰਟ ਰਹਿ ਗਿਆ ਜੀ, ਮਨ ਦੇ ਵਿੱਚ ਆਉਂਦਾ ਹੋਵੇਗਾ ਨਾ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ, ਪਤਾ ਨਹੀਂ ਰੱਬ ਸੁਣਦਾ ਵੀ ਆ ਕਿ ਨਹੀਂ ਸੁਣਦਾ। ਐਵੇਂ ਕਿਤੇ ਹਵਾ 'ਚ ਹੀ ਨਾ ਤੁੱਕੇ ਮਾਰੀ ਜਾਈਏ, ਐਵੇਂ ਕਿਤੇ ਉਜਾੜ 'ਚ ਹੀ ਨਾ ਆਵਾਜ਼ਾਂ ਮਾਰੀ ਜਾਈਏ। ਉਜਾੜ ਦੀਆਂ ਆਵਾਜ਼ਾਂ ਹੁੰਦੀਆਂ ਨਾ, ਸੁਣਨ ਵਾਲਾ ਕੋਈ ਨਹੀਂ, ਐਵੇਂ ਨਿਆਣੇ ਰੌਲਾ ਪਾਈ ਜਾਂਦੇ ਹੁੰਦੇ। ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਜਪਜੀ ਸਾਹਿਬ 'ਚ ਕਹਿੰਦੇ, ਨਹੀਂ, ਜੇ ਵਾਹਿਗੁਰੂ ਨੂੰ ਤੇਰਾ ਵਾਹਿਗੁਰੂ ਵਾਹਿਗੁਰੂ ਕਰਨਾ ਭਾਉਂਦਾ ਵਾ, ਤਾਂ ਹੀ ਤੇਰੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਪਿਆ। ਸਈ ਤੁਧਨੋਂ ਗਾਵਨ ਜੋ ਤੁਧ ਭਾਵਨ। ਉਹੋ ਹੀ ਮਹਾਰਾਜ ਦਾ ਨਾਂ ਜਪ ਸਕਦੇ ਆ ਜਿਹੜੇ ਉਸ ਮਾਲਕ ਪਰਮੇਸ਼ਰ ਨੂੰ ਚੰਗੇ ਲੱਗਦੇ। ਤਾਂ ਇਹ ਗੁਰੂ ਕਿਰਪਾ ਹੈ, ਗੁਰੂ ਬਖਸ਼ਿਸ਼ ਹੈ, ਜਿਹਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਉਹਨੂੰ ਫਿਰ ਇਹ ਯੁਗਤੀ ਪਤਾ ਲੱਗ ਗਈ, ਤਰੀਕਾ, ਯੁਗਤੀ ਕੀ ਕਿ ਤੂੰ ਦਵੰਦ ਤੋਂ ਬਾਹਰ ਹੋ। ਇਹ ਜਿਹੜੇ ਦੋ ਜੋੜੇ ਆ ਨਾ, ਪਹਿਲੀ ਤੁਕ 'ਚ ਸੁੱਖ ਤੇ ਦੁੱਖ, ਦੂਜੀ 'ਚ ਸੁੱਖ ਸਨੇਹ ਭੈ ਤੇ ਨਾਲ ਸੋਨਾ ਮਿੱਟੀ, ਆਪਣੇ ਤੀਸਰੀ 'ਚ ਨਿੰਦਿਆ ਉਸਤਤ, ਚੌਥੀ 'ਚ ਹਰਖ ਸੋਗ, ਨਾਲ ਹੀ ਮਾਨ ਅਪਮਾਨ। ਇਹ ਜਿਹੜੇ ਦੋ ਜੋੜੇ ਆ, ਇਹਨਾਂ ਦੋਵਾਂ ਦੇ ਅਸਰ ਤੋਂ ਬਾਹਰ ਹੋ ਜਾ, ਇਹੀ ਤਰੀਕਾ ਵਾ ਬਸ।
यही युक्ति है। जिते सतगुरु ने कृपा की उन्हें पछाण लिया ते फिर किड्डी वड्डी बख्शिश की महाराज ने। तां सतगुरु कहंदे ओ वाहिगुरु परमेश्वर दे विच इस तरह लीन हो गया जिवें पानी विच जिवें पानी लीन हुंदा ते उहदा भेद मिट जाता है। सालाही सालाहे इति सुरत ना पाईया, नदियां ते वाह पवै समुंद ना जाणी। जिवें समुंदर च किन्ने नाले मिलते ने, पर जदों समुंदर च मिलते ने फिर उन्हां दा भेद खत्म हो जाता है, उन्हां दा नाम खत्म हो जाता है, वो समुंदर ही नाम हो जाता है ते रंग रूप भी उन्हां दा समुंदर ही हो जाता है। ऐसी जुगती दे नाल गुरु का सिख फिर रब दा रूप हो जाता है। ऐसी कृपा हुंदी फिर उहदे उत्ते सूरज किरण मिले, जल का जल हुआ राम, ज्योति जोत रली संपूर्ण थिया राम। होइयां भुल्लां चुकां दी खिमा जी। आप सारियां संगतां दा खालसे पंथ दा बहुत बहुत धन्नवाद। इसे तरह मेरे अति सत्कारयोग इस पावन पवित्र तख्त दे जथेदार सिंह साहब ज्ञानी रघुवीर सिंह जी, जिन्हां उत्ते सतगुरु जी दी नदरे रहमत है, बहुत वड्डे विद्वान ने। और तुसी भी किते नोट कीता होवेगा, एक शब्द वध घट नहीं उन्हां दे मुख तो निकलदा जदों वो बोलते ने, गुरमत विचार करते ने। सिंह साहब जी का जिथे दास तह दिलों धन्नवाद करे, हैड ग्रंथी साहब का धन्नवाद करे, उत्थे मेरे सत्कारयोग गुरमुख प्यारे भाई साहब भाई हरजिंदर सिंह जी धामी, प्रधान श्रोमणी गुरुद्वारा प्रबंधक कमेटी, तिन्हां दा भी धन्नवाद। सरदार अमरजीत सिंह जी चावला मैंबर SGPC, तिन्हां दा भी धन्नवाद। सतगुरु जी का असीं की धन्नवाद करांगे। धन गुरु ग्रंथ साहिब जिन्हां दी कृपा है, रैण दिन प्रभात तू ही गावना, जी जंत सरबत नाऊ तेरा ध्यावना, तू दाता दातार तेरा दिता खावना। सो ये दमदमी टकसाल दे मुखी संत ज्ञानी हरनाम सिंह जी खालसा जी दी अज हाजरी सी, वो पहुँच नहीं सके, सो दास हाजरी भरन वास्ते पहुंचा, भुल चुक दी खिमा जी। सतगुरु जी के चरणों में बेनती करिए कि गरीब नवाज कृपा करो, बख्शिश करो, लेखा कते ना छूटीए, खिन खिन भूलन हार बख्शन हार बख्श लै, नानक पार उतार। गुर कृपा जिह नर को कीनी, तेह एह जुगत पछानी। नानक लीन भयो गोबिंद स्यो, जो पानी संग पानी। वाहिगुरु जी का खालसा, वाहिगुरु जी की फतेह। बोले